सतगुरु जी दे प्यारिओ, वाहिगुरु जी का खालसा, वाहिगुरु जी की फतेह। गुरु की प्यारी साध संगत जीओ, सत्संगियो, काफ़ी टाइम बाद आप जी के दर्शन कर रहे हैं। चिट्टा मोतिया उतरन करके प्रशन कराया, प्रशन कराने करके आप जी के चरणों 'ਚ हाज़री नहीं भर सके सी और अज भी अकेले हाँ। तो अज आप जी नूं तपले दे नाल ही कीर्तन, गुरु का शब्द कीर्तन सरवण करावांगे। अज जो शब्द है 6/3/2022 नूं ਐਤਵਾਰ जो श्री हरमंदिर साहब जी तो श्री ਅੰਮ੍ਰਿਤਸਰ साहब जी तो आउंदा है जी हुक्म अमृत वेले का, ऐतवार वाले दिन का। काफ़ी टाइम लिखण ते भी लग गया है क्योंकि उस तरह फिर 3 मोबाइल वरतने पैंदे हैं। इंग्लिश विच बोलना है, अनुवाद बोलना है, गुरबाणी शब्द बोलना है। तो इस करके पहला लिखने पैंदा है, फिर पढ़ने पैंदा है, फिर गलतियां करने पैंदियां हैं, फिर जाके आप जी तक ये पहुँच हुंदी है। तो फिर भी कोई गलती हो जावे तो बच्चा जान के, अनजान जान के क्षमा करनी। मैं अनजान जान तरबे ना जानो, बाप बीसला बाहाँ दे। तो ये शब्द जो है वडहंस महला पहला, ऐतवार वाले दिन 23 फग्गन, नानक शाही 553, सतगुरु जी का अंग 566 566 ते ये दर्ज है। तो ये कुछ खास गल्लां ध्यान रखण योग हैं जो इसकी शब्द की भूमिका बनी है। वो इंज है कि इस शब्द ध्यान रखण वाली गल ये है, इस शब्द विच ये शब्द पहली पातशाही जी का है। हुण आपां पहली पातशाही जी का ये शब्द भी ध्यान रखना है कि जिस तरह बाकी गुरुआं दा गुरु सारे अगे बनी जाते हैं। तो गुरु नानक जी का गुरु कौन है, पहली पातशाही का गुरु कौन है, 10 पातशाही 9 पातशाहियों का गुरु तो गुरु नानक देव जी तक आपां मनते हैं नानक कह के। तो जो गुरु नानक पातशाह जी आ वो किस गुरु नूं मनते हैं, उन्हां दा गुरु कौन है, ये बहुत ध्यान रखने वाली गल है। इस तो बहुत वड्डी पकड़ करने वाली गल है। गुरु नानक जी का गुरु अते उस दा उस दी वडियाई किस ढंग नाल सतगुरु जी करते हैं। तो निरंकार जी नूं भी नानक कहते हैं ते नानक कह उस दी वडियाई किस ढंग नाल करते हैं। जिथों गुरु अते नानक अते निरंकार करतार की वडियाई करते हैं, उत्थे सेवक की वडियाई भी करते हैं। जो दास बन के अकाल पुरख अते गुरु जी की सेवा करते हैं उस दी भी वडियाई करते हैं गुरु साहब जी। इस शब्द विच बाखूबी ढंग नाल करते हैं। सतगुरु जी ने इस शब्द विच जो जगत की रचना की वडियाई भी
ਕੀਤੀ ਹੈ। ਜੋ ਜਗਤ ਰਚਿਆ ਹੈ ਉਸ ਦੀ ਵੀ ਮਤਲਬ ਹੈ ਵੀ ਵਿਆਖਿਆ ਕੀਤੀ ਹੈ। ਤੇ ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਇਸਤਰੀ ਦੀ ਸੁੰਦਰਤਾ ਵਿੱਚੋਂ ਖਾਸ ਕਰਕੇ ਰੱਬ ਦੀ ਮਰਜ਼ੀ ਦਾ ਬਹੁਤ ਜ਼ਿਕਰ ਕੀਤਾ ਹੈ। ਰੱਬੀ ਜ਼ਿਕਰ ਦਾ ਬਹੁਤ ਜ਼ਿਕਰ ਕੀਤਾ ਹੈ, ਰੱਬੀ ਮਰਜ਼ੀ ਦਾ। ਇਸਤਰੀ ਦੇ ਲੱਛਣਾਂ ਵਿੱਚੋਂ ਰੱਬ ਜੀ ਦੇ ਬਹੁਤ ਲੱਛਣ ਪ੍ਰਗਟ ਕੀਤੇ ਹਨ। ਇਸਤਰੀ ਦੇ ਲੱਛਣਾਂ ਦੁਆਰਾ ਰੱਬ ਜੀ ਦੇ ਵੀ ਲੱਛਣਾਂ ਦਾ ਵਿਆਖਿਆਨ ਕੀਤਾ ਹੈ। ਇੱਕੋ ਇੱਕ ਪੁਰਖ ਰੱਬ ਹੀ ਹੈ, ਬਾਕੀ ਸਾਰੀਆਂ ਨਾਰਾਂ ਭਾਵ ਇਸਤਰੀਆਂ ਹਨ। ਇਸ ਕਰਕੇ ਇਸਤਰੀ ਸ਼ਬਦ ਨੂੰ ਬਹੁਤ ਵਡਿਆਇਆ ਹੈ। ਦੂਸਰੀ ਬੇਨਤੀ ਕਰਨ ਦਾ ਬਾਖੂਬੀ ਢੰਗ ਦੱਸਿਆ ਹੈ। ਦੂਸਰਾ ਸੰਕੇਤ ਰੱਬ ਜੀ ਅੱਗੇ ਅਰਦਾਸ ਬੇਨਤੀ ਕਰਨ ਦਾ ਬਾਖੂਬੀ ਢੰਗ ਦੱਸਿਆ ਹੈ। ਰੱਬ ਤੋਂ ਕੀ ਮੰਗਣਾ ਚਾਹੀਦਾ ਹੈ, ਕਮਾਲ ਦਾ ਦੱਸਿਆ ਹੈ। ਦਇਆ ਮੰਗੀ ਹੈ, ਨਾਮ ਮੰਗਿਆ ਹੈ, ਸਿਮਰਨ ਜਾਪ ਭਗਤੀ ਮੰਗੀ ਹੈ, ਅਤੇ ਫਿਰ ਦੂਸਰਿਆਂ ਤੇ ਕਿਰਪਾ ਕਰਨੀ ਵੀ ਮੰਗੀ ਹੈ। ਅਤੇ ਜਿਹੜੇ ਰੱਬ ਜੀ ਨੂੰ ਨਾ ਜਾਣਨ ਅਤੇ ਨਾ ਹੀ ਪਹਿਚਾਨਣ ਦੀ ਕੋਸ਼ਿਸ਼ ਅਤੇ ਨਾ ਹੀ ਨੇੜੇ ਜਾਣਾ ਚਾਹੁੰਦੇ ਹਨ, ਉਹਨਾਂ ਬਾਰੇ ਵੀ ਵਰਣਨ ਕੀਤਾ ਹੈ। ਅਤੇ ਜੋ ਇਸਤਰੀ ਅਤੇ ਹੋਰ ਜੀਵਾਂ ਵਿੱਚ ਸੁੰਦਰਤਾ ਵੇਖੀ ਹੈ, ਉਸ ਨੂੰ ਵੀ ਰੱਬ ਦੇ ਹੀ ਦੱਸ ਕੇ ਰੱਬ ਦੀ ਹੀ ਵਡਿਆਈ ਕੀਤੀ ਹੈ। ਨਾਨਕਾ ਸ਼ਬਦ ਦਾ ਖਾਸ ਜ਼ਿਕਰ ਕੀਤਾ ਹੈ। ਨਾਨਕ ਸ਼ਬਦ ਦਾ ਇਸ ਬਾਣੀ ਵਿੱਚ ਵੀ ਖਾਸ ਜ਼ਿਕਰ ਕੀਤਾ ਹੈ। ਨਾਨਕਾ ਜੋ ਸ਼ਬਦ ਹੈ, ਇੱਕ ਨਾਨਕ ਚਾਰ ਵਾਰੀ ਮਤਲਬ 4 ਸੰਕੇਤ ਨਾਨਕ ਦੇ ਬਖਸ਼ੇ ਹਨ। ਇੱਕ ਤਾਂ ਨਿਰੰਕਾਰ ਜੀ ਵਾਸਤੇ ਨਾਨਕ ਵਰਤਿਆ ਹੈ, ਇੱਕ ਆਪਣੇ ਵਾਸਤੇ ਨਾਨਕ ਵਰਤਿਆ ਹੈ, ਇੱਕ ਬਾਕੀ 9 ਗੁਰੂਆਂ ਨੇ ਵੀ ਆਪਣੇ ਨਾਲ ਨਾਨਕ ਲਾਇਆ ਹੈ, ਵਰਤਿਆ ਹੈ, ਔਰ ਨਾਨਕ ਜੀ ਦੀ ਵਡਿਆਈ ਵੀ ਕੀਤੀ ਹੈ। ਦੂਸਰਾ ਇਨਸਾਨ ਵਾਸਤੇ ਵੀ ਨਾਨਕ ਵਰਤਿਆ, ਜਿਵੇਂ ਕਿ ਮੈਂ ਨਾਨਕ ਜੀ ਬੇਨਤੀ ਕਰਦਾ ਹਾਂ। ਸਾਨੂੰ ਦੱਸਿਆ ਹੈ ਵੀ ਇੰਝ ਬੇਨਤੀ ਕਰਕੇ ਤੇ ਆਪਣੇ ਆਪ ਨੂੰ ਵੀ ਤੁਸੀਂ ਨਾਨਕ ਸ਼ਬਦ ਵਰਤੋ। ਮੈਂ ਨਾਨਕ ਤੇਰੇ ਚਰਨਾਂ 'ਚ ਬੇਨਤੀ ਕਰਦਾ ਹਾਂ। ਇਹ 4 ਵਾਰੀ ਨਾਨਕ ਸ਼ਬਦ ਜਿਹੜਾ ਆਇਆ ਹੈ। ਹੋਰ ਵੀ ਨਾਨਕ ਸ਼ਬਦ ਦੇ ਵਰਤੋਂ ਹੁੰਦੀ ਹੈ, ਸਿਹਾਰੀ ਨਾਲ, ਬਿਹਾਰੀ ਨਾਲ, ਔਂਕੜ ਨਾਲ, ਇੰਝ ਵੀ ਨਾਨਕ ਆਉਂਦਾ ਹੈ। ਪਰ ਜਿਵੇਂ ਸ਼ਬਦ ਨਾਲ ਨਾਨਕ ਸ਼ਬਦ ਜੁੜਦਾ ਹੈ, ਕੋਈ ਪਹਿਲੇ ਸ਼ਬਦ ਜੁੜਦਾ ਹੈ ਉਸ ਦਾ ਅਰਥ ਹੋਰ ਹੁੰਦਾ ਹੈ, ਜਿਹੜਾ ਵਿਚਕਾਰ ਆਉਂਦਾ ਹੈ ਉਹਦਾ ਅਰਥ ਹੋਰ ਹੁੰਦਾ ਹੈ, ਜਿਹੜਾ ਅਖੀਰ 'ਤੇ ਆਉਂਦਾ ਹੈ ਪੰਕਤੀ ਦੇ ਉਹਦਾ ਮਤਲਬ ਹੋਰ ਹੁੰਦਾ ਹੈ। ਅਤੇ ਮਤਲਬ ਸਾਰੇ ਸ਼ਬਦ ਦੇ ਜੋ ਸ਼ਬਦ ਸਾਰਾ ਕਹਿੰਦਾ ਹੈ ਉਸ ਦੇ ਭਾਵ ਅਰਥ ਨਾਲ ਮਤਲਬ ਨਿਕਲਦਾ ਹੈ। ਹਰ ਸ਼ਬਦ 'ਤੇ ਕਹੋ ਨਾਨਕ ਨਹੀਂ ਚੱਲਣਾ। ਇਹ ਵੀ ਇੱਕ ਖਾਸ ਖਿਆਲ ਰੱਖਣ ਵਾਲੀ ਗੱਲ ਹੈ ਕਿ ਕਈ ਸ਼ਬਦ ਆਪਾਂ ਔਂਕੜ ਨਾਲ ਜਦੋਂ ਵਰਤਦੇ ਹਾਂ ਤੇ ਔਂਕੜ ਨਹੀਂ ਬੋਲਦੇ, ਪਰ ਇਸ ਸ਼ਬਦ ਨਾਲ ਆਪਾਂ ਕਹੋ ਨਾਲ ਅਸੀਂ ਬਹੁਤ ਔਂਕੜ ਬੋਲਦੇ ਹਾਂ। ਕਹੋ ਬੋਲਦੇ ਨੇ, ਕਹੋ। ਜੇ ਕਹੋ ਕਹੀਏ ਤੇ ਫਿਰ ਅਰਥ ਹੋਰ ਬਣ ਜਾਂਦੇ ਹਨ। ਜੇ ਕਹੀਏ ਕਹਿ, ਕੱਕੇ ਨੂੰ ਥੋੜ੍ਹਾ ਕਹਿ ਕਰਕੇ ਬੋਲ ਲਓ, ਕਹਿ। ਪਰ ਨਾਨਕ ਜੀ ਕਹਿੰਦੇ ਹਾਂ, ਹੁਣ ਤੁਸੀਂ ਕਹਿੰਦੇ ਕਹੋ ਨਾਨਕ, ਵੀ ਨਾਨਕ ਜੀ ਤੁਸੀਂ ਆਖੋ। ਇਸ ਕਰਕੇ ਇਸ ਦਾ ਬੜਾ ਅਰਥ ਭਾਵ ਬਦਲ ਜਾਂਦਾ ਹੈ। ਜਿੱਥੇ ਆਉਂਦਾ ਕਹੋ ਨਾਨਕ, ਵੀ ਹੁਣ ਇੱਥੇ ਮਤਲਬ ਹੈ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਸਾਨੂੰ ਸਾਰਿਆਂ ਨੂੰ। ਇਸ ਕਰਕੇ ਜੇ ਕਹੋ ਦੀ ਜਗ੍ਹਾ ਕਹਿੋ ਪੜ੍ਹ ਲਓ ਤੇ ਸਭ ਨਾਲੋਂ ਵਧੀਆ ਅਰਥ ਨਿਕਲਣਗੇ। ਹੁਣ
ਦੂਸਰਾ, ਰੱਬ ਜੀ ਨੇ ਜਗਤ ਦੀ ਰਚਨਾ ਵਿੱਚ ਰਾਜਿਆਂ ਬਾਰੇ, ਭਿਖਾਰੀਆਂ ਬਾਰੇ, ਆਮ ਇਨਸਾਨ ਬਾਰੇ, ਸੇਵਕਾਂ ਗੁਰਸਿੱਖਾਂ ਬਾਰੇ, ਨਾਮ ਜਪਣ ਵਾਲਿਆਂ ਬਾਰੇ, ਨਾਮ ਜਪਣ ਵਾਲਿਆਂ ਬਾਰੇ, ਪੰਛੀ ਕੋਇਲ ਬਾਰੇ, ਹੰਸਾਂ ਬਾਰੇ, ਬਗਲੇ ਬਾਰੇ, ਪਖੰਡੀ ਬਗਲਾ, ਪਖੰਡੀ ਹੰਸ ਇਨਸਾਨ ਬਾਰੇ ਕਾਫੀ ਕੁਝ ਇਸ ਸ਼ਬਦ ਵਿੱਚ ਗਿਆਨ ਬਖਸ਼ਿਆ ਹੈ। ਕਰਮ ਧਰਮ ਬਾਰੇ, ਜੋਬਨ ਬਾਰੇ, ਜੀਵਾਂ ਦੇ ਅੰਗਾਂ ਬਾਰੇ, ਰੱਬ ਅੱਗੇ ਬੇਨਤੀਆਂ ਬਾਰੇ ਬਹੁਤ ਕੁਝ ਬਾਖੂਬੀ ਨਾਲ ਬਿਆਨ ਕੀਤਾ ਹੈ। ਇਹ ਹੈ ਇਸ ਸ਼ਬਦ ਦੀ ਭੂਮਿਕਾ। ਹੁਣ ਆਪਾਂ ਥੋੜ੍ਹੀ ਜਿਹੀ ਹੋਰ ਇਸ ਦੀ ਭੂਮਿਕਾ ਨੂੰ ਥੋੜ੍ਹਾ ਜਿਹਾ ਹੋਰ ਆਪਾਂ ਵਡਿਆਈਏ ਵੀ ਧੰਨ ਧੰਨ ਦਸਵੇਂ ਪਾਤਸ਼ਾਹ ਜੀ ਦਾ ਪਹਿਲਾ ਸਰੂਪ। ਆਪਾਂ ਇੰਝ ਕਰਕੇ ਵੀ ਆਪਾਂ ਚੱਲੀਏ। ਦੇਖੋ, ਜਦੋਂ ਵੀ ਬੱਚਾ ਜੰਮਦਾ ਹੈ ਤਾਂ ਪਹਿਲਾਂ ਸਿਰ ਬਾਹਰ ਨਿਕਲਦਾ ਹੈ, ਫਿਰ ਸਾਰਾ ਧੜ ਪੈਰ ਨਿਕਲਦੇ ਹਨ। ਪਰ ਆਪਾਂ ਜਦੋਂ ਜਦੋਂ ਕਿਸੇ ਸੰਤ ਮਹਾਂਪੁਰਖ ਨੂੰ ਜਦੋਂ ਵੀ ਕਿਸੇ ਦੇ ਆਪਾਂ ਨਮਸਕਾਰ ਕਰਦੇ ਹਾਂ ਤੇ ਆਪਾਂ ਚਰਨਾਂ 'ਤੇ ਨਮਸਕਾਰ ਕਰਦੇ ਹਾਂ, ਪੈਰਾਂ 'ਤੇ ਨਮਸਕਾਰ ਕਰਦੇ ਹਾਂ, ਸਿੱਧਾ ਸਿਰ ਨੂੰ ਨਮਸਕਾਰ ਨਹੀਂ ਕਰਦੇ। ਭਾਵੇਂ ਉਹ ਆਂਦਾ ਸਿਰ ਪਹਿਲੇ ਲੈ ਕੇ ਆ। ਇਸ ਕਰਕੇ ਕਈ ਵਾਰ ਤਾਂ ਸ਼ਬਦ ਨੂੰ ਵਿਚਕਾਰੋਂ ਫੜੀਏ ਤੇ ਤਾਂ ਅਰਥ ਪੂਰੇ ਸਹੀ ਬਣਦੇ ਹਨ, ਕਈ ਵਾਰੀ ਪਹਿਲਾਂ ਫੜੀਏ ਤਾਂ ਬਣਦੇ ਹਨ, ਤੇ ਕਈ ਵਾਰੀ ਅਖੀਰਲੀ ਪੰਕਤੀ ਨੂੰ ਪਹਿਲਾਂ ਫੜਨੇ ਪੈਂਦਾ ਤੇ ਫਿਰ ਬਣਦੇ ਹਨ। ਤੇ ਆਪਾਂ ਇੰਝ ਵੀ ਆਪਾਂ ਨੇ ਲੈਣਾ ਵਾ। ਕਈ ਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਮੁੱਖੋਂ ਉਚਾਰੇ ਹਨ ਵੀ ਆਪਾਂ 6ਵੇਂ ਜਾਮੇ 'ਚ ਆਣ ਕੇ ਤੇਰਾ ਉਧਾਰ ਕਰਾਂਗੇ, ਆਪਾਂ ਨੇ 10ਵੇਂ ਜਾਮੇ 'ਚ ਆਣ ਕੇ ਤੈਨੂੰ ਮਿਲਾਂਗੇ। ਇਸ ਕਰਕੇ ਗੁਰੂ ਨਾਨਕ ਹੀ 10ਵਾਂ ਪਾਤਸ਼ਾਹ, ਗੁਰੂ ਨਾਨਕ ਹੀ 6 ਪਾਤਸ਼ਾਹ, 6ਵਾਂ ਪਾਤਸ਼ਾਹ, ਤੇ ਗੁਰੂ ਨਾਨਕ ਹੀ 10 ਰੂਪ ਲੈ ਕੇ ਇਸ ਧਰਤੀ 'ਤੇ ਆਏ ਹਨ। ਆਪਾਂ ਜੇ ਇੰਝ ਮੰਨੀਏ ਵੀ ਗੁਰੂ ਗੋਬਿੰਦ ਸਿੰਘ ਜੀ ਹੀ 10 ਰੂਪ ਲੈ ਕੇ ਆਏ, ਪਹਿਲਾਂ ਉਹਨਾਂ ਨੇ ਗੁਰੂ ਨਾਨਕ ਰੂਪ ਧਾਰਿਆ, ਫਿਰ ਅੰਗਦ, ਫਿਰ ਅਮਰਦਾਸ ਜੀ, ਫਿਰ ਗੁਰੂ ਰਾਮਦਾਸ ਜੀ। ਇਸ ਤਰ੍ਹਾਂ ਕਰਦੇ ਕਰਦੇ ਗੁਰੂ 10ਵੇਂ ਪਾਤਸ਼ਾਹ ਹੀ ਗੁਰੂ ਨਾਨਕ ਤੋਂ ਸ਼ੁਰੂ ਹੋਏ ਨੇ। ਗੁਰੂ ਨਾਨਕ ਪਾਤਸ਼ਾਹ ਦਾ ਪਹਿਲਾ ਸਰੂਪ ਉਹਨਾਂ ਨੇ ਧਾਰਨ ਕੀਤਾ ਹੈ। ਤੇ ਅਕਾਲ ਪੁਰਖ ਦੀ ਜੋਤ ਜੋ ਪਹਿਲੀ ਸਰਗਣ ਸਰੂਪ ਸਤਿਗੁਰੂ ਨਾਨਕ ਗੁਰਮੁਖਾਂ ਦੇ ਮੁਖਾਰ ਬਿੰਦ ਵਿੱਚੋਂ ਉਚਾਰਿਆ ਇਹ ਸ਼ਬਦ ਰਾਗ ਵਡਹੰਸ ਵਿੱਚ, ਇਹ ਸ਼ਬਦ 8 ਪਹਿਰਿਆਂ ਦੇ ਵਿੱਚ ਹੈ। ਆਪਾਂ ਇੰਝ ਮੰਨ ਲਈਏ ਵੀ ਇੱਕ ਸ਼ਬਦ ਦੇ 8 ਭਾਗ ਹਨ, ਤੇ ਇਹਨਾਂ ਭਾਗਾਂ ਨੂੰ ਮੈਂ ਸ਼ਬਦ ਬੋਲਾਂਗਾ ਵੀ ਪਹਿਲੇ ਸ਼ਬਦ ਵਿੱਚ 5 ਪੰਕਤੀਆਂ ਦਾ ਇੱਕ ਪਹਿਰਾ ਹੈ। ਇਹ 8 ਪਹਿਰਿਆਂ ਵਿੱਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜੀ। ਸਤਿਗੁਰੂ ਜੀ ਨੇ ਇਸ ਸ਼ਬਦ ਵਿੱਚ ਬੇਨਤੀ ਕਰਨ ਲਈ ਕਿਹਾ ਹੈ, ਅਤੇ ਬੇਨਤੀ ਕਿਵੇਂ ਕਰਨੀ ਹੈ ਉਸ ਦੀ ਜਾਚ ਸਿਖਾਈ ਹੈ। ਅਤੇ ਖੁਦ ਸਿਫਤ ਸਲਾਹ, ਖੁਦ ਵੀ ਇਸ ਸ਼ਬਦ ਵਿੱਚ ਰੱਬ ਦੀ ਸਿਫਤ ਸਲਾਹ ਕੀਤੀ ਹੈ ਤੇ ਕਰਨ ਦੀ ਜਾਚ ਸਿਖਾਈ ਆ ਸਾਨੂੰ ਸਾਰਿਆਂ ਨੂੰ। ਕਿਵੇਂ ਨਾਨਕ ਨਿਰੰਕਾਰ ਜੀ ਨੂੰ ਖੁਸ਼ ਕਰਨਾ ਹੈ ਅਤੇ ਇੱਛਾਵਾਂ ਪੂਰੀਆਂ ਕਰਨੀਆਂ ਹਨ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਤੇ ਬਾਬਾ ਨਾਨਕ ਜੀ ਨੇ ਨਾਮ ਜਪਣ ਵਾਲਿਆਂ ਦੇ ਅਤੇ ਆਪਣੇ ਸੇਵਕਾਂ ਦੇ, ਭਗਤਾਂ ਦੇ ਗੁਣ ਵੀ ਗਾਏ ਹਨ। ਅੱਜ ਤੱਕ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਗਤ ਬਾਣੀ ਨੂੰ ਛੱਡ ਕੇ ਜੋ ਪਹਿਲਾਂ ਯੁਗਾਂ ਦੇ ਵਿੱਚ ਜਿਤਨੇ ਵੀ ਆਏ ਹਨ, ਉਹ ਤੁਸੀਂ ਸਾਰੇ ਜਾਣਦੇ ਹੋ ਜੋ ਆਏ ਹਨ। ਕਿਸੇ ਨੇ ਵੀ ਆਪਣੇ ਗ੍ਰੰਥ ਵਿੱਚ ਸੇਵਕਾਂ ਦੀ ਉਸਤਤ ਨਹੀਂ ਕੀਤੀ, ਆਪਣੇ ਸਿੱਖਾਂ ਦੀ ਉਸਤਤ ਨਹੀਂ ਕੀਤੀ। ਇਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਹਿਲਾ ਦੁਨੀਆ ਦਾ, ਪਹਿਲਾ ਇਸ ਜਗਤ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਐਸੇ ਹਨ ਜਿਨ੍ਹਾਂ ਨੇ ਆਪਣੇ ਗੁਰਸਿੱਖਾਂ ਦੀ, ਆਪਣੇ ਸੇਵਕਾਂ ਦੀ, ਆਪਣੇ ਸਿੱਖਾਂ ਦੀ, ਆਪਣੇ ਭਗਤਾਂ ਦੀ ਵਡਿਆਈ ਕੀਤੀ ਹੈ। ਅਤੇ ਖੁਦ ਵੀ ਉਹਨਾਂ ਦੀ ਸਿਫਤ ਕਰਦੇ ਹਨ। ਇਸ ਵਿਚਾਰਾਂ ਵਿੱਚ ਸਤਿਗੁਰੂ ਜੀ ਵੱਲੋਂ ਬਖਸ਼ੀ ਸੋਝੀ ਦੇ ਕਾਰਨ ਨਾਲ ਨਾਲ ਇਹ ਜੋ ਅਨੁਵਾਦ ਇਸ ਸ਼ਬਦ ਵਿੱਚ ਦਰਬਾਰ ਸਾਹਿਬ ਜੀ ਤੋਂ ਜੋ ਪੰਜਾਬੀ ਅਨੁਵਾਦ ਨਾਲ ਜੋ ਅਨੁਵਾਦ ਕੀਤਾ ਹੈ, ਉਸ ਦੇ ਨਾਲ ਥੋੜ੍ਹਾ ਜੋ ਸਤਿਗੁਰੂ ਨੇ ਦਾਸ ਨੂੰ ਸੋਝੀ ਬਖਸ਼ੀ ਆ,
ਉਸ ਦੇ ਨਾਲ ਆਪਣੇ ਵੱਲੋਂ ਵੀ ਜੋ ਵਿਚਾਰ ਮਹਾਰਾਜ ਨੇ ਬਖਸ਼ੀ ਆ ਉਹ ਨਾਲ ਰੱਖ ਰਿਹਾ ਹਾਂ। ਟੋਟਲ ਉਸ ਵਿਚਾਰ ਨੂੰ ਸਿੱਧਾ ਡਾਇਰੈਕਟ ਸਾਂਝਾ ਨਹੀਂ ਕਰ ਰਿਹਾ ਹਾਂ। ਸ਼ਬਦ ਜੀ ਦੇ ਅਰਥ ਭਾਵ ਅਰਥ ਥਾਂ ਮੁਤਾਬਕ ਭਾਵ ਅਰਥਾਂ ਮੁਤਾਬਕ ਕਰਨ ਲਈ ਕਿਹੜੀ ਪੰਕਤੀ ਪਹਿਲਾਂ ਤੇ ਕਿਹੜੀ ਬਾਅਦ ਵਿੱਚ ਫੜਨੀ ਹੈ ਬਹੁਤ ਮਹੱਤਵ ਰੱਖਦੀ ਹੈ। ਕਈ ਵਾਰੀ ਤਾਂ ਪਹਿਲਾਂ ਵਿਚਕਾਰੋਂ ਅਤੇ ਰਹਾਉ ਵਾਲੀ ਤੇ ਕਦੀ ਅਖੀਰਲੀ ਤੋਂ ਤੇ ਕਦੀ ਸ਼ੁਰੂ ਤੋਂ ਫੜਨੀ ਪੈਂਦੀ ਹੈ। ਫਿਰ ਅਸਲੀ ਸ਼ਬਦ ਦਾ ਮਹੱਤਵ ਸਮਝ ਆਉਂਦਾ ਹੈ। ਹੁਣ ਇੱਕ ਪੰਕਤੀ ਹੁਕਮ ਆ ਰਿਹਾ ਸੀ ਦਰਬਾਰ ਸਾਹਿਬ ਤੋਂ, ਜਿਵੇਂ ਕਿ ਜੈਤਸਰੀ ਦੀ ਵਾਰ ਪੌੜੀ ਸ਼ਲੋਕਾਂ ਨਾਲ ਹੁਕਮ ਆਇਆ ਸੀਗਾ 7 ਤਰੀਕ ਨੂੰ। ਸੰਤ ਉਦਰਨ ਦਇਆ ਕਰਦੇ ਆਲਮ ਆਸਰੰਗ ਗੋਪਾਲ ਕੀਰਤਨੈ ਓਟ ਨਾਨਕ ਪਰਮੇਸ਼ਰ। ਹੁਣ ਇੱਥੇ ਓਟ ਨਾਨਕ ਪਰਮੇਸ਼ਰ ਹੈ। ਹੁਣ ਜੇ ਇਹ ਕਹੀਏ ਵੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਤਾਂ ਗੱਲ ਬਣਦੀ ਨਹੀਂ, ਸ਼ਬਦ ਦੇ ਭਾਵ ਅਰਥ ਨਹੀਂ ਬਣਦੇ। ਇਸ ਨੂੰ ਜਿਹੜੇ ਵੀ ਭਗਤ ਜੀ ਜਾਂ ਗੁਰੂ ਜੀ ਕਹਿ ਰਹੇ ਹਨ, ਕਿਉਂਕਿ ਇੱਥੇ ਮਹਿਲਾ ਨਹੀਂ ਆਇਆ, ਸ਼ਲੋਕ ਆਇਆ ਸਿੱਧਾ ਸ਼ਲੋਕ ਜੈਤਸਰੀ ਦੀ ਵਾਰ ਹੈ। ਆਸਰੰਗ ਗੋਪਾਲ ਕੀਰਤਨ ਹੈ ਓਟ ਨਾਨਕ ਪਰਮੇਸ਼ਰਾ। ਹਾਂ, ਗੁਰੂ ਜੀ ਦਾ ਹੀ ਸ਼ਬਦ ਆ, ਕਿਹੜੇ ਗੁਰੂ ਜੀ ਦਾ ਉਹ ਮਹਿਲਾ ਨਹੀਂ ਆਇਆ। ਓਟ ਨਾਨਕ, ਹੁਣ ਇਹ ਨੋਟ ਕਰਨ ਵਾਲੀ ਗੱਲ ਹੈ। ਜਿਸ ਵੀ ਗੁਰੂ ਸਾਹਿਬ ਜੀ ਨੇ ਸ਼ਬਦ ਪੰਜਵੀਂ ਪਾਤਸ਼ਾਹੀ ਨੇ ਗਾਇਆ ਹੋਣਾ, ਮੈਂ ਉਹ ਦੇਖਿਆ ਨਹੀਂ ਠੀਕ ਤਰ੍ਹਾਂ, ਮਤਲਬ ਖੋਲ ਕੇ ਦੇਖਣਾ ਪੈਣਾ ਸੀ ਸਾਰਾ। ਓਟ ਨਾਨਕ, ਕੱਲੀ ਪਰਮੇਸ਼ਰ ਦੀ ਓਟ ਨਹੀਂ ਮੰਗੀ, ਓਟ ਪਰਮੇਸ਼ਰ ਆ ਨਹੀਂ ਬੋਲਿਆ, ਓਟ ਨਾਨਕ ਪਰਮੇਸ਼ਰ। ਇੱਥੇ ਨਿਰੰਕਾਰ ਨੂੰ ਨਾਨਕ ਵੀ ਬੋਲਿਆ ਵੀ ਜਿਹੜਾ ਪਰਮੇਸ਼ਰ ਉਹ ਨਾਨਕ ਹੈ। ਓਟ ਨਾਨਕ ਪਰਮੇਸ਼ਰ ਆ, ਮੈਂ ਨਿਰੰਕਾਰ ਨਾਨਕ ਨਿਰੰਕਾਰ ਦੀ ਓਟ ਵੀ ਲੈਂਦਾ ਹਾਂ, ਕਿਉਂਕਿ ਉਹੀ ਸੰਤਾਂ ਦਾ ਉਧਾਰ ਕਰਦਾ ਹੈ, ਦਿਆਲੰਗ ਹੈ, ਮੈਨੂੰ ਉਹਦਾ ਹੀ ਆਸਰਾ, ਮੈਂ ਉਸੇ ਗੋਪਾਲ ਦਾ ਕੀਰਤਨ ਕਰਨਾ ਹੈ। ਓਟ ਨਾਨਕ ਪਰਮੇਸ਼ਰ ਹੈ। ਤੋ ਇਹ ਤਾਂ ਹੁਣ ਸ਼ਬਦ ਦੀ ਭੂਮਿਕਾ ਜਿਹੜੀ ਹੈ ਹੋ ਗਈ ਹੈ। ਤੋ ਇਸ ਕਰਕੇ ਆਪਾਂ ਹੁਣ ਆਪਾਂ ਨੇ ਦੂਸਰੀ ਪੰਕਤੀ ਤੋਂ ਪਹਿਲਾਂ ਜਿਹੜਾ ਸ਼ਬਦ ਹੁਣ ਆਪਾਂ ਪਹਿਲਾਂ ਬੋਲਣ ਜਾ ਰਹੇ ਹਾਂ, ਉਹਦੀ ਪਹਿਲੀ ਪੰਕਤੀ ਨੂੰ ਛੱਡ ਕੇ ਆਪਾਂ ਦੂਸਰੀ ਪੰਕਤੀ ਨੂੰ ਪਹਿਲਾਂ ਫੜਦੇ ਹਾਂ, ਫਿਰ ਉਹ ਪਹਿਲੀ ਪੰਕਤੀ ਦੇ ਅਰਥ ਨਾਲ ਜੋੜਾਂਗੇ। ਤੋਂ ਪਹਿਲਾਂ ਆਪਾਂ ਇਸ ਨੂੰ ਗਾ ਲਈਏ। ਤੇ ਇਸ ਜੋ ਪਹਿਲਾ 5 ਪੰਕਤੀਆਂ ਦਾ ਪੈਰਾ ਹੈ, ਸ਼ਬਦ ਹੈ, ਇਸ ਨੂੰ ਗਾ ਕੇ ਫਿਰ ਆਪਾਂ ਨੇ ਇਸ ਵਿੱਚ ਅੰਗਰੇਜ਼ੀ ਟਰਾਂਸਲੇਟ ਕਰਨੀ ਹੈ, ਤਾਂ ਕਿ ਜੋ ਬਾਹਰ ਵੀਰ ਬੈਠੇ ਹਨ, ਜਿਹੜੇ ਪੰਜਾਬੀ ਹਿੰਦੀ ਉਰਦੂ ਨਹੀਂ ਜਾਣਦੇ ਹਨ, ਸਿਰਫ ਇੰਗਲਿਸ਼ ਜਾਣਦੇ ਹਨ, ਜੋ ਉਹਨਾਂ ਦੀ ਵੀ ਹੁਕਮ ਹੈ ਵੀ ਸਾਨੂੰ ਵੀ ਟਰਾਂਸਲੇਟ ਕਰਕੇ ਸੁਣਾਓ। ਮੈਨੂੰ ਖੁਦ ਨੂੰ ਭਾਵੇਂ ਨਹੀਂ ਆਉਂਦੀ, ਪਰ ਦਰਬਾਰ ਸਾਹਿਬ ਤੋਂ ਜੋ ਆਉਂਦੀ ਹੈ ਟਰਾਂਸਲੇਟ, ਉਸ ਨੂੰ ਮੈਂ ਲਿਖ ਕੇ ਆਪ ਜੀ ਤੱਕ ਪਹੁੰਚਾ ਰਿਹਾ ਹਾਂ। ਸੋ ਕਿਰਪਾ ਕਰਨੀ। ਤੇ ਇਹ ਅੱਜ ਵਾਜਾ ਹਾਰਮੋਨੀਅਮ ਨਹੀਂ, ਤਬਲੇ ਨਾਲ ਕੋਸ਼ਿਸ਼ ਕਰ ਰਿਹਾ ਹਾਂ ਆਪ ਜੀ ਤੱਕ ਸੇਵਾ ਕਰਨ ਦੀ। ਵਡਹੰਸ ਮਹੱਲਾ ਪਹਿਲਾ। ਕਰ ਹੋ ਦਇਆ ਤੇਰਾ ਨਾਮ ਵਖਾਨਾ, ਵਾਹਿਗੁਰੂ ਕਰ ਹੋ ਦਇਆ। ਕਰ ਹੋ ਦਇਆ
नाम बखाना। सब उपाय आप आपे, सर्ब समाना। सर्ब समाना आप तू है। उपाय धंधे लाया, उपाय धंधे लाया। कर हो दया तेरा नाम बखाना, तेरा नाम बखाना। एक तुझ ही की ये राजे, एक ना पेख मंगाइया, एक ना पेख पवाइया। लोभ मोह तुझ किया मीठा, ये तू भरम भुलाना, ये तू भरम भुलाना। सदा दया करो अपनी, ताम नाम बखाना। करो दया तेरा नाम बखाना, तेरा नाम बखाना। वाहिगुरु। वडहंस फर्स्ट महल, show mercy to see that I may chant your name. You yourself created all, and you are permitting all. You yourself are permitting all, and you enjoin them to their tasks. Some you have made kings, while others wander around the beginning. You have made greed and emotional attachments inside. They are deluded by this delusion. Be forever merciful to me, only then can I chant your name. हे मेरे वाहिगुरु,
ਨਿਰੰਕਾਰ ਪ੍ਰਭੂ ਜੀ, ਕਰਤਾ ਪੁਰਖ ਵਾਹਿਗੁਰੂ ਜੀ, ਇਹ ਜੋ ਮੈਨੂੰ ਸਾਰਾ ਕੁਝ ਇਹਨਾਂ ਅੱਖਾਂ ਨਾਲ ਦਿਸ ਰਿਹਾ ਹੈ, ਇਹ ਨਿਰਗੁਣ ਸਰੂਪ ਵਾਹਿਗੁਰੂ ਜੀ, ਇਹ ਤੇਰਾ ਹੀ ਸਰਗੁਣ ਸਰੂਪ, ਇਹ ਸਾਰੀ ਸ੍ਰਿਸ਼ਟੀ ਤੂੰ ਆਪ ਹੀ ਪੈਦਾ ਕੀਤੀ ਹੈ ਤੇ ਆਪ ਹੀ ਸਭ ਵਿੱਚ ਭਾਵ ਕਣ ਕਣ ਵਿੱਚ ਵਿਆਪਕ ਹੋ ਰਿਹਾ ਹੈ। ਤੂੰ ਆਪ ਹੀ ਸਭ ਜੀਵਾਂ ਵਿੱਚ ਸਮਾਇਆ ਹੋਇਆ ਹੈ ਤੇ ਤੂੰ ਆਪ ਹੀ ਪੈਦਾ ਕਰਕੇ ਸਾਰੀ ਸ੍ਰਿਸ਼ਟੀ ਨੂੰ ਭਾਵ ਲੁਕਾਈ ਦੇ ਜੀਵਾਂ ਨੂੰ ਮਾਇਆ ਦੀ ਦੌੜ ਭੱਜ ਵਿੱਚ ਲਾਇਆ ਹੋਇਆ ਹੈ, ਭਾਵ ਸਭ ਨੂੰ ਧੰਦਾ ਲਾਇਆ ਹੋਇਆ ਹੈ। ਇਹ ਸਾਰਾ ਨਜ਼ਾਰਾ ਮੈਂ ਆਪਣੇ ਅੱਖੀਂ ਦੇਖ ਕੇ ਆਪ ਨੂੰ ਸਭ ਪਾਸੇ ਵਿਆਪਕ ਜਾਣ ਕੇ ਹਾਜ਼ਰ ਨਾਜ਼ਰ ਜਾਣ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ ਵਾਹਿਗੁਰੂ, ਫਰਿਆਦ ਕਰਦਾ ਹਾਂ ਕਿ ਤੂੰ ਮੇਰੇ ਤੇ ਮਿਹਰ ਕਰ, ਦਇਆ ਕਰ, ਤਾਂ ਕਿ ਮੈਂ ਵੀ ਤੇਰਾ ਨਾਮ ਸਿਮਰ ਸਕਾਂ ਅਤੇ ਸਮਰੱਥ ਕਰ, ਤਾਂ ਕਿ ਤੇਰੇ ਨਾਮ ਦਾ ਵਖਾਨ ਭਾਵ ਵਖਿਆਨ ਕਰ ਸਕਾਂ। ਮੈਂ ਇਹ ਸਭ ਵੇਖ ਕੇ ਕਹਿ ਰਿਹਾ ਹਾਂ ਕਿ ਤੂੰ ਹੀ ਕਈ ਜੀਵਾਂ ਨੂੰ ਰਾਜੇ ਬਣਾ ਦਿੱਤਾ ਹੈ ਤੇ ਕਈ ਜੀਵਾਂ ਨੂੰ ਮੰਗਤੇ ਭਿਖਾਰੀ ਬਣਾ ਕੇ ਭਿਖਿਆ ਮੰਗਣ ਵਾਸਤੇ ਲਾ ਛੱਡਿਆ ਹੋਇਆ ਹੈ, ਭਾਵ ਭਵਾ ਰਿਹਾ ਹੈ ਮੰਗਣ ਵਾਸਤੇ। हे ਪ੍ਰਭੂ ਨਿਰੰਕਾਰ ਜੀਓ, ਤੂੰ ਲੋਭ ਅਤੇ ਮੋਹ ਨੂੰ ਇਤਨਾ ਮਿੱਠਾ ਬਣਾ ਦਿੱਤਾ ਹੋਇਆ ਹੈ, ਜਿਸ ਕਰਕੇ ਜਗਤ ਦੇ ਲੋਕ ਇਸ ਭਟਕਣਾ ਵਿੱਚ ਪੈ ਕੇ ਕੁਰਾਹੇ ਪੈ ਰਹੇ ਹਨ। ਇਹ ਸਾਰਾ ਕੁਝ ਵੇਖ ਜਾਣ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਵਾਹਿਗੁਰੂ ਜੀ, ਜੇ ਤੂੰ ਸਦਾ ਲਈ ਆਪਣੀ ਮਿਹਰ ਕਰ, ਦਇਆ ਕਰ, ਤਾਂ ਕਿ ਮੈਂ ਤੇਰਾ ਨਾਮ ਸਿਮਰ ਸਕਾਂ, ਸਿਮਰਦਾ ਰਹਾਂ ਤੇ ਵਖਿਆਨ ਕਰਨ ਜੋਗਾ ਵੀ ਹੋ ਜਾਵਾਂ ਵਾਹਿਗੁਰੂ। ਹੁਣ ਆਪਾਂ ਦੂਸਰੇ ਪੈਰੇ ਦੂਸਰਾ ਸ਼ਬਦ, ਜੋ ਦੂਸਰਾ ਪੈਰਾ ਇਸੇ ਸ਼ਬਦ ਦਾ 8 ਪੈਰੇ ਨੇ, 8 ਸ਼ਬਦ ਨੇ। ਤੇਰਾ ਵਖਤ ਸੁਹਾਵਾ, ਅੰਮ੍ਰਿਤ ਤੇਰੀ ਬਾਣੀ, ਤੇਰਾ ਵਖਤ ਸੁਹਾਵਾ, ਅੰਮ੍ਰਿਤ ਤੇਰੀ ਬਾਣੀ, ਸੇਵਕ ਸੇਵੈ ਭਾਉ ਕਰ, ਲਾਗਾ ਸਾਉ ਪੁਰਾਣੀ, ਸਾਉ ਪੁਰਾਣੀ ਤਿੰਨਾ ਲਾਗਾ, ਜਿਨੀ ਅੰਮ੍ਰਿਤ ਪਾਇਆ, ਨਾਮ ਤੇਰਾ ਜੋਏ ਰਾਤੇ, ਨਿਤ ਚੜ ਹੈ ਸੁਵਾਇਆ, ਇੱਕ ਕਰਮ ਧਰਮ ਨਾ ਹੋਏ ਸੰਜਮ, ਜਾਮ ਨ ਏਕ ਪਛਾਨੀ, ਵਖਤ ਸੁ
सुहावा सदा तेरा, अमृत तेरी बाणी, अमृत तेरी बाणी, अमृत तेरी बाणी, अमृत तेरी बाणी। वाहिगुरु दे प्यारिओ, एक पंक्ति ਨੂੰ ਬਾਰ-ਬਾਰ नहीं पढ़ सकते हाँ क्योंकि शब्द ਲੰਬੇਰਾ है। इस करके इस एक पंक्ति ਨੂੰ एक ही बार पढ़ रहा हाँ। तो आप बहुत ध्यान ला के सुनने की कोशिश करनी क्योंकि बार बार एक पंक्ति ਨੂੰ नहीं पढ़ रहा हाँ शब्द ਲੰਬੇਰਾ होने करके। तो इस पैरे ਨੂੰ एक बार दोबारा बिना शब्द तपले तो पढ़ दिंदे हाँ। तेरा वक्त सुहावा अमृत तेरी बाणी, सेवक सेवै भाव कर लागा साऊ पुरानी, साऊ पुरानी तिन्ना लागा जिनी अमृत पाया, नाम तेरा जोए राता नित चढ़ै सवाया। एक कर्म धर्म ना होए संजम, जाम ना एक पछानी, वक्त सुहावा सदा तेरा अमृत तेरी बाणी। ये दूसरा पैरा है, दूसरा शब्द है इस शब्द का Your name is true and forever please young to my mind. My pain is dispelled, and I am permeated with peace. The angels, the mortal by beings, the wise and the enlightened sing to you. The angels, the mortal beings, the wise and the enlightened sing of you. They are pleasing to your mind, anti-set by Maya, they do not mind. Anti-set by Maya, they do not remember the vast away their lives in vain. Some fools and idiots never remember to ever has come shall have to go. Your name is forever true and pleasing to my mind. हे करता पुरख वाहिगुरु जी, हे प्रभु जी, तेरा नाम तो सदा स्थिर रहन वाला है। सिर्फ तेरा ही नाम है, निर्मल है, साचा सूचा है, माया रहत है। इस करके मेरे मन नूं भा गया है, भाव प्यारा ही प्यारा लगता है। तेरा नाम प्यारा लगन करके ते उस दा सिमरन करके सब दुख चले गए हैं ते सारे सुख भाव आत्मक आनंद आ समाए ਹਨ। इस तीसरी पंक्ति ਵਿੱਚ ਵਾਹਿਗੁਰੂ ਦੀ ਸਿਫਤ ਕਰਦੇ ਹਨ। तेरा नाम सिमर सिमर के इतनी दूर दृष्टि आ गई है कि मैं ये वेख सुन रहा हाँ कि ਤੈਨੂੰ ਗਾਵਨ ਵਾਲੇ ਦੇਵਤੇ ਸੁਗੜ ਸੁਜਾਨ ਭਾਵ ਸੁਚੱਜੇ ਸਿਆਣੇ ਬਣ ਰਹੇ ਹਨ। ਹੁਣ ਇਹ ਭਾਗਾਂ ਵਾਲੇ ਦੇਵਤੇ ਸੁਚੱਜੇ ਸਿਆਣੇ ਬੰਦੇ ਜੀਵ ਤੇਰੇ ਮਨ ਨੂੰ ਭਾ ਗਏ ਹਨ ਤੇ ਹੋਰ ਵੀ ਚਾਅ ਨਾਲ ਖੇੜੇ ਮੱਥੇ ਤੇਰੇ ਗੁਣ ਸਿਫਤ ਸਲਾਹ ਕਰ ਕਰਕੇ ਆਪ ਜੀ ਨੂੰ ਗਾ ਰਹੇ ਹਨ, ਤੇਰੇ ਗੀਤ ਗਾ ਰਹੇ ਹਨ। ਤੇ ਕਈ ਜੀਵ ਮੋਹ ਮਾਇਆ ਵਿੱਚ ਲਪਟੇ ਪਏ ਹੋਏ ਹਨ ਤੇ ਉਹਨਾਂ ਨੂੰ ਚੇਤੇ ਵੀ ਨਹੀਂ, ਭਾਵ ਚੇਤੈ ਨਹੀਂ, ਚੇਤ ਹੈ ਨਹੀਂ। ਇਸ ਕਰਕੇ ਉਹ ਅਮੋਲਕ ਭਾਵ ਪਹਿਲਾ ਜਨਮ ਜਿਹੜਾ ਹੈ ਉਹ ਗਵਾ ਰਹੇ ਹਨ, ਅਮੋਲਕ ਜਨਮ ਗਵਾ ਰਹੇ ਹਨ। ਇੱਕ ਐਸੇ ਵੀ ਜੀਵ ਮੂੜੀ ਮਨ ਦੇ ਮਗਰ ਲੱਗਣ ਵਾਲੇ, ਮੁਗਧ ਖੋਤੇ ਦੀ ਬੁੱਧੀ ਵਾਂਗ ਬੁੱਧੀ ਰੱਖਣ ਵਾਲੇ ਮੂਰਖ ਮਨੁੱਖ
ਮੂਲੋਂ ਹੀ ਭੁੱਲੇ ਪਏ ਹਨ, ਚੇਤੇ ਹੀ ਨਹੀਂ। ਅਸੀਂ ਵੀ ਇੱਥੋਂ ਚਲੇ ਜਾਣਾ, ਉਹਨਾਂ ਨੂੰ ਚੇਤੇ ਹੀ ਨਹੀਂ ਵੀ ਅਸੀਂ ਵੀ ਇੱਥੋਂ ਚਲੇ ਜਾਣਾ, ਨਹੀਂ ਰਹਿਣਾ ਇੱਥੇ। ਸਭ ਚਲੇ ਜਾ ਰਹੇ ਹਨ, ਮੂਲੋਂ ਹੀ ਭੁੱਲੇ ਪਏ ਹਨ। ਸਭ ਚਲੇ ਜਾ ਰਹੇ ਹਨ, ਅੱਖੀਂ ਵੇਖ ਰਹੇ ਹਨ, ਪਰ ਮੂਲੋਂ ਹੀ ਭੁੱਲੇ ਪਏ ਹਨ। ਜੋ ਆਇਆ ਹੈ ਉਸਨੇ ਚਲੇ ਜਾਣਾ ਹੈ, ਕੋਈ ਪੱਕਾ ਤਾਂ ਇੱਥੇ ਠਹਿਰ ਨਹੀਂ ਸਕਦਾ। ਜਿਹੜਾ ਵੀ ਇਸ ਜਗਤ ਵਿੱਚ ਜੰਮਿਆ ਹੈ ਉਸਨੇ ਆਖਰ ਇੱਥੋਂ ਚਲਿਆ ਜਾਣਾ ਹੈ। हे ਪ੍ਰਭੂ ਨਿਰੰਕਾਰ ਜੀਓ, ਭਈ ਮੈਨੂੰ ਤਾਂ ਤੇਰਾ ਸਦਾ ਸਥਿਰ ਰਹਿਣ ਵਾਲਾ ਨਾਮ ਸਾਚਾ ਮੇਰੇ ਮਨ ਨੂੰ ਭਾ ਗਿਆ ਹੈ, ਪਿਆਰਾ ਹੀ ਪਿਆਰਾ, ਅਤ ਪਿਆਰਾ ਲੱਗ ਰਿਹਾ ਹੈ। ਇਹ ਸ਼ਬਦ 7 ਪੰਕਤੀਆਂ ਦਾ ਸੀਗਾ। ਤੇ ਹੁਣ ਤੀਸਰਾ ਸ਼ਬਦ ਆਪ ਜੀ ਦੇ ਸਨਮੁਖ, ਤੀਸਰਾ ਸ਼ਬਦ ਜੋ ਹੈ ਉਹ 6 ਪੰਕਤੀਆਂ ਦਾ ਹੈ। ਚੌਥਾ ਸ਼ਬਦ, 3 ਸ਼ਬਦ ਹੋ ਗਏ ਨੇ। ਚੌਥਾ ਸ਼ਬਦ ਜੋ ਹੈ ਉਹ 5 ਪੰਕਤੀਆਂ ਦਾ ਹੈ। ਹਉ ਬਲਹਾਰੀ ਸਾਚੈ ਨਾਮੈ, ਹਉ ਬਲਹਾਰੀ ਸਾਚੈ ਨਾਮੈ, ਰਾਜ ਤੇਰਾ ਕਬਹੁ ਨ ਜਾਵੈ। ਰਾਜੋ ਤਾਂ ਤੇਰਾ ਸਦਾ ਨਿਹਚਲ, ਇਹ ਕਬਹੁ ਨ ਜਾਵੈ, ਇਹ ਕਬਹੁ ਨ ਜਾਵੈ। ਚਾਕਰ ਤਾਂ ਤੇਰਾ ਸੋਏ ਹੋਵੇ, ਜੋਏ ਸਹਿਜ ਸੁਮਾਵੈ, ਜੋਏ ਸਹਿਜ ਸੁਮਾਵੈ। ਦੁਸ਼ਮਨ ਤਾਂ ਦੁੱਖ ਨ ਲੱਗੈ ਮੂਲੇ, ਪਾਪ ਨੇੜ ਨ ਆਵੇ, ਪਾਪ ਨੇੜ ਨ ਆਵੇ, ਪਾਪ ਨੇੜ ਨ ਆਵੇ। ਹਉ ਬਲਹਾਰੀ ਸਦਾ ਹੋਵਾ, ਹਉ ਬਲਹਾਰੀ ਸਦਾ ਹੋਵਾ, ਏਕ ਤੇਰੇ ਨਾਵੇਂ ਪਾਪ ਨੇੜ ਨ ਆਵੇ। ਹੋਵਾ ਏਕ ਤੇਰੇ ਨਾਵੇਂ, ਹਉ ਬਲਹਾਰੀ ਸਦਾ ਵਾਹਿਗੁਰੂ, ਹਉ ਬਲਹਾਰੀ ਸਦਾ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਚੌਥਾ ਸ਼ਬਦ ਜੋ 5 ਪੰਕਤੀਆਂ ਦਾ ਸੀ, ਵਾਹਿਗੁਰੂ ਜੀ ਜੋ ਆਪਾਂ ਨੇ ਤੀਸਰਾ ਸ਼ਬਦ ਪੜਿਆ ਸੀ, ਤੇਰਾ ਵਕਤ ਸੁਹਾਵਾ ਅੰਮ੍ਰਿਤ ਤੇਰੀ ਬਾਣੀ, ਸੇਵ ਸੇਵੈ ਭਾਵ ਕਰ ਲਾਗਾ ਸਾਊ ਪ੍ਰਾਣੀ, ਸਾਊ ਪ੍ਰਾਣੀ ਤਿੰਨਾ ਲਾਗਾ ਜਿਨੀ ਅੰਮ੍ਰਿਤ ਪਾਇਆ, ਨਾਮ ਤੇਰਾ ਜੋਏ ਰਾਤ ਨਿਤ ਚੜ੍ਹੈ ਸਵਾਇਆ, ਇੱਕ ਕਰਮ ਧਰਮ ਨਾ ਹੋਏ ਸੰਜਮ, ਜਾਮ ਨ ਏਕ ਪਛਾਨੀ, ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ। ਇਸ ਸ਼ਬਦ ਦੀ ਜੋ ਇੰਗਲਿਸ਼ ਵਿਆਖਿਆ ਸੀ ਉਹ ਰਹਿ ਗਈ ਸੀ, ਪੰਜਾਬੀ ਦੀ ਪਹਿਲਾਂ ਹੋ ਗਈ, ਅੰਗਰੇਜ਼ੀ ਦੀ ਰਹਿ ਗਈ ਸੀ, ਹੁਣ ਆਪਾਂ ਇੰਗਲਿਸ਼ ਦੀ ਕਰ ਰਹੇ ਹਾਂ। Beauteous and blessed is your time, the Bani of your word is ambrosial nature, your servants serve you, why love with love,
these mortals are attached to your taste. To your taste. Those mortals and attached to your taste, I are blessed with the ambrosial name. Those who are attuned to your name prosper more and more, day by day. Serve, do not practice good deeds are life righteously. They do not practice self-discipline, and they do not realize the one. Forever blessed and beautiful is your time. The Bani of your word is ambrosial nature. ਇਹ ਤੀਸਰੇ ਪੈਰੇ ਦੀ ਵਿਚਾਰ ਸੀਗੀ। ਹੁਣ ਆਪਾਂ ਚੌਥੇ ਪੈਰੇ ਦੀ ਵਿਚਾਰ ਜੋ ਇੰਗਲਿਸ਼ ਵਿੱਚ ਜੋ ਹੁਣੇ ਸ਼ਬਦ ਪੜ੍ਹਿਆ ਹੈ, ਹਉ ਬਲਹਾਰੀ ਸਾਚੈ ਨਾਮ ਹੈ, ਰਾਜ ਤੇਰਾ ਕਬੂ ਨਾ ਜਾਵੈ, ਰਾਜੋ ਤਾਂ ਤੇਰਾ ਸਦਾ ਨਿਹਚਲ ਇੱਕ ਕਬਹੂ ਨਾ ਜਾਵੇ, ਚਾਕਰ ਤਾਂ ਤੇਰਾ ਸੋਏ ਹੋਵੇ ਜੋ ਇਹ ਸਹਿ ਸਮਾਵੇ, ਦੁਸ਼ਮਣ ਤਾਂ ਦੁੱਖ ਨਾ ਲੱਗੈ ਮੂਲੈ, ਦੁਸ਼ਮਣ ਦੁਸ਼ਮਨ ਤੇ ਦੁੱਖ ਨਾ ਲੱਗੈ ਮੂਲੈ, ਇੱਥੇ ਦੁਸ਼ਮਨ ਨਹੀਂ ਹੈ, ਦੁਸ਼ਮਨ ਤੇ ਤਾਂ ਦੁੱਖ ਨਾ ਲੱਗੈ ਮੂਲੈ, ਪਾਪ ਨੇੜ ਨਾ ਆਵੇ, ਹਉ ਬਲਹਾਰੀ ਸਦਾ ਹੋਵਾਂ, ਏਕ ਤੇਰਾ ਨਾਵੇਂ। ਇਹ ਚੌਥਾ ਸ਼ਬਦ ਇਸ ਦੀ ਜੋ ਇੰਗਲਿਸ਼ ਵਿਆਖਿਆ ਹੈ, I am satisfied to the true name, your rule shall never end, your rule is eternal and unchanging, it shall never come to an end. He alone becomes your servant, who contemplates you in peaceful easy any mice and pain shall never touch him. I am and shall never touch him, and sin shall never come close to him. I am forever a sacrifice to the one Lord and your name. ਹੁਣ ਇਸ ਸ਼ਬਦ ਦਾ ਜੋ ਪੰਜਵਾਂ ਪੈਰਾ ਸ਼ਬਦ ਹੈ, जुग है जुगंतर भगत तुम्हारे, कीरत करे सुआमी तेरा द्वारे। जुग है जुगंतर भगत तुम्हारे, कीरत करे सुआमी तेरा दुआरे। जप है ता साचा एक मुरारे, साचा मुरारे ताम जपै जाम मन वसावे, परम पुलावा तुझ है किया, जाम ये चुकावे। गुर प्रसादी कर हो कृपा, ले हो जाम हो उबारे। जुग है जुग जुगंतर भगत तुम्हारे, कीरत करे सुआमी
throughout the age, your devotees and sing your praises. Lord Master, at your door, Lord Master, at your door, they meditate on the one true Lord. They meditate on the true Lord when they enshrine Him in making. When these are displayed, then by Guru's grace, you grant your grace and save them the nose of death. Throughout the ages, they are your devotees. ਹੁਣ ਆਪਾਂ ਜੋ ਤੀਜੇ ਪੈਰੇ ਦੀ ਤੀਜੇ ਸ਼ਬਦ ਦੀ ਵਿਚਾਰ ਵੀ ਪੰਜਾਬੀ 'ਚ ਰਹਿ ਗਏ ਸੀ ਉਹ ਵੀ ਕਰਾਂਗੇ, ਤੇ ਚੌਥੇ ਦੀ ਵੀ ਤੇ ਪੰਜਵੇਂ ਦੀ ਵੀ ਇਕੱਠੀ ਕਰਾਂਗੇ। ਥੋੜ੍ਹਾ ਜਿਹਾ ਫਰਕ ਪੈ ਗਿਆ ਦੇਖਣ ਸੁਣਨ 'ਚ। ਤੀਜੇ ਪੈਰੇ ਦੀ ਵਿਚਾਰ ਹੈ, ਜਦੋਂ ਮੈਂ ਤੇਰੀ ਸਿਫਤ ਸਲਾਹ ਕਰਨ ਵਾਲੀ ਆਤਮਕ ਅਟਲ ਆਤਮਕ ਜੀਵਨ ਦੇਣ ਵਾਲੀ ਅੰਮ੍ਰਿਤ ਬਾਣੀ ਗਾਉਂਦਾ ਹਾਂ, ਤਾਂ ਉਹ ਵੇਲਾ ਉਹ ਵਕਤ ਸਦਾ ਲਈ ਸੁਹਾਵਾ ਬਣ ਜਾਂਦਾ ਹੈ ਤੇ ਲਾਈਵ ਸੁਹਾਵਣਾ ਲੱਗਦਾ ਹੈ। ਹੇ ਸ੍ਰਿਸ਼ਟੀ ਰਚਨਹਾਰ ਪ੍ਰਭੂ ਨਿਰੰਕਾਰ ਜੀ ਵਾਹਿਗੁਰੂ ਜੀ, ਤੇਰਾ ਨਾਮ ਸਾਚਾ ਸਦਾ ਥਿਰ ਸਦਾ ਟਿਕਾਊ ਰਹਿਣ ਵਾਲਾ ਹੈ। ਤੇਰਾ ਨਾਮ ਮੇਰੇ ਮਨ ਨੂੰ ਪਿਆਰਾ ਪਿਆਰਾ ਲੱਗ ਰਿਹਾ ਹੈ। ਜਦੋਂ ਤੇਰਾ ਨਾਮ ਚੇਤੇ ਕਰੀਦਾ ਹੈ ਨਾ, ਤੇ ਜਿਨ੍ਹਾਂ ਬੰਦਿਆਂ ਨੂੰ ਤੇਰੇ ਨਾਮ ਦਾ ਰਸ ਆਉਣ ਲੱਗਦਾ, ਉਹ ਹੋਰ ਵੀ ਪ੍ਰੇਮ ਨਾਲ ਤੇਰਾ ਨਾਮ ਸਿਮਰਦੇ ਨੇ ਤੇ ਸਾਊ ਸੁਭਾਅ ਵਾਲੇ ਹੋ ਜਾਂਦੇ ਨੇ। ਉਹਨਾਂ ਹੀ ਜੀਵਾਂ ਨੂੰ ਨਾਮ ਰਸ ਆਉਣ ਲੱਗਦਾ ਜਿਨ੍ਹਾਂ ਨੂੰ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ। ਭਾਈ ਪਿਆਰਿਓ, ਹੇ ਵਾਹਿਗੁਰੂ ਜੀ, ਜਿਹੜੇ ਜੀਵ ਤੇਰੇ ਨਾਮ ਵਿੱਚ ਜੁੜਦੇ ਨੇ ਉਹ ਆਤਮਿਕ ਜੀਵਨ ਦੀ ਉન્નਤੀ ਵਿੱਚ ਵੱਧਦੇ ਫੁੱਲਦੇ ਰਹਿੰਦੇ ਹਨ। ਉਹਨਾਂ ਦੀ ਚੜ੍ਹਦੀ ਕਲਾ ਦਿਨ ਦੁਗਣੀ ਰਾਤ ਚੌਗੁਣੀ ਹੁੰਦੀ ਰਹਿੰਦੀ ਹੈ। ਇੱਕ ਤਾਂ ਧਰਮ ਕਰਮ ਦੇ ਕਾਂਡ ਵਿੱਚ ਲੱਗੇ ਹੋਏ ਹਨ, ਇੱਕ ਤਾਂ ਧਰਮ ਕਰਮ ਦੇ ਕਾਂਡ ਵਿੱਚ ਲੱਗੇ ਹੋਏ ਹਨ, ਉਹ ਸੰਜਮ ਵਿੱਚ ਵੀ ਨਹੀਂ ਆ ਰਹੇ, ਨਾ ਹੀ ਉਹਨਾਂ ਨੂੰ ਸੰਜਮ ਹੋਇਆ ਹੈ। ਕਿਉਂਕਿ ਜਦੋਂ ਤੱਕ ਉਹ ਇੱਕ ਨੂੰ ਨਹੀਂ ਪਛਾਣਦੇ, ਤਦ ਤੱਕ ਉਹ ਧਰਮ ਕਰਮ ਵਿੱਚ ਲੱਗੇ ਰਹਿਣਗੇ, ਫਸੇ ਰਹਿਣਗੇ, ਸੰਜਮ ਨਹੀਂ ਆਏਗਾ। ਨਾ ਹੀ ਉਹਨਾਂ ਦਾ ਕੀਤਾ ਹੋਇਆ ਇਹ ਸਭ ਕੁਝ ਅਤੇ ਕੀਤੇ ਸੰਜਮ ਕਿਸੇ ਅਰਥ ਵੀ ਨਹੀਂ, ਜਦ ਤੱਕ ਤੈਨੂੰ ਪਛਾਣ ਕੇ ਤੇਰੇ ਨਾਲ ਜੁੜਦੇ ਨਹੀਂ। ਤੇਰੀ ਸਿਫਤ ਸਲਾਹ ਵਾਲੀ ਅੰਮ੍ਰਿਤ ਬਾਣੀ, ਤੇਰੀ ਸਿਫਤ ਸਲਾਹ ਵਾਲੀ ਅੰਮ੍ਰਿਤ ਬਾਣੀ ਆਤਮਿਕ ਜੀਵਨ ਦਾਤੀ ਆ। ਜਦੋਂ ਮੈਂ ਗਾਉਂਦਾ ਹਾਂ ਤਾਂ ਉਹ ਵੇਲਾ ਬਹੁਤ ਸੁਹਾਵਣਾ ਲੱਗਦਾ ਹੈ ਤੇ ਬਾਕੀ ਦਾ ਸਮਾਂ ਵੀ ਸੁਹਾਵਾ ਹੋ ਜਾਂਦਾ ਹੈ। ਵਾਹਿਗੁਰੂ ਦੇ ਪਿਆਰਿਓ, ਇਹ ਤੀਸਰੇ ਸ਼ਬਦ ਦੀ ਵਿਚਾਰ ਸੀ। ਹੁਣ ਵਾਹਿਗੁਰੂ ਜੀ ਆਪਾਂ ਚੌਥੇ ਅਤੇ ਪੰਜਵੇਂ ਪੇਜ ਦੀ ਵਿਚਾਰ ਕਰਾਂਗੇ। ਪੰਜਵੇਂ ਸ਼ਬਦ ਦੀ ਵਾਹਿਗੁਰੂ ਜੀ, ਚੌਥਾ ਸ਼ਬਦ ਆਪਾਂ ਦੁਬਾਰਾ ਪੜ੍ਹ ਦਿੰਦੇ ਹਾਂ। ਹੋਮ ਬਲਹਾਰੀ ਸਾਚਾ ਨਾਵੇਂ, ਰਾਜ ਤੇਰਾ ਕਬੂ ਨਾ ਜਾਵੇ, ਰਾਜੋ ਤਾਂ ਤੇਰਾ ਸਦਾ ਨੇਚਲ ਇਹ ਕਬੂ ਨਾ ਜਾਵੇ, ਚਾਕਰ ਤਾਂ ਤੇਰਾ ਸੋਏ ਹੋਵੇ, ਜੋਈ ਸਹਿਜ ਸਮਾਵੇ, ਦੁਸ ਮਨ ਤਾਂ ਦੁਖ ਨਾ ਲੱਗੈ, ਮੂਲੇ ਪਾਪ ਨੇੜ ਨਾ ਆਵੇ, ਹੋਮ ਬਲਹਾਰੀ ਸਦਾ ਹੋਵਾਂ ਏਕ ਤੇਰਾ ਨਾਮ। ਲੋ ਜੀ ਵਾਹਿਗੁਰੂ ਜੀ, ਇਹ ਸ੍ਰਿਸ਼ਟੀ ਰਚਨਹਾਰ ਪ੍ਰਭੂ ਨਿਰੰਕਾਰ ਵਾਹਿਗੁਰੂ ਜੀ, ਤੇਰਾ ਨਾਮ ਸੱਚਾ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਤੇਰਾ ਨਾਮ ਮੇਰੇ ਮਨ ਨੂੰ ਪਿਆਰਾ ਲੱਗ ਰਿਹਾ। ਤੇਰੇ ਸੱਚੇ ਨਾਮ ਤੋਂ ਬਲਹਾਰ ਜਾਵਾਂ, ਜਿਸ ਦੇ ਸਿਮਰਨੇ ਕਰਕੇ ਮਨ ਤੇ ਤਨ ਤੇ ਸਾਰੀਆਂ ਕਰਮ ਇੰਦਰੀਆਂ ਤੇ ਹੋਰ ਬਾਕੀ ਸਭ ਤੇ ਜਿਵੇਂ ਕਾਮ ਕ੍ਰੋਧ ਲੋਭ ਹੰਕਾਰ ਤੇ ਮੇਰਾ ਰਾਜ ਕਾਇਮ ਹੋ ਗਿਆ ਤੇ ਹੁਣ ਕਦੀ ਜਾਣ ਵਾਲਾ ਨਹੀਂ। ਭਾਵ ਇਹ ਹੁਣ ਸਭ ਕਾਬੂ 'ਚ ਹਨ। ਇਹ ਹੁਣ ਤੇਰਾ ਦਿੱਤਾ ਰਾਜ ਸਦਾ ਨਿਚਲ ਹੋ ਗਿਆ ਹੈ। ਹੁਣ ਕਦੀ ਵੀ ਜਾਣ ਵਾਲਾ ਨਹੀਂ। ਹੁਣ ਇੰਜ ਲੱਗਦਾ ਹੈ
कदी नाश नहीं होएगा। ये सारी सृष्टि ते मेरा ही राज है। हे प्रभु तेरा राज सदा निचल है। ਜਿਹੜੇ ਵੀ ਸੇਵਕ ਤੈਨੂੰ ਜਪਦੇ ਹਨ, ਸਿਮਰਦੇ ਹਨ, ਉਹਨਾਂ ਨੂੰ ਵੀ ਨਾ ਜਾਣ ਵਾਲਾ ਰਾਜ ਬਖਸ਼ ਦੇਣਾ ਭਾਈ ਪਿਆਰਿਆ ਵਾਹਿਗੁਰੂ। ਜੈਸੇ ਧਰੂ ਭਗਤ ਨੂੰ ਅਟਲ ਰਾਜ ਬਖਸ਼ਿਆ ਹੈ। ਜੋ ਸਿਮਰ ਸਿਮਰ ਕੇ ਸਹਿਜ ਵਿੱਚ ਸਮਾ ਜਾਂਦੇ ਹਨ, ਉਹੀ ਅਸਲੀ ਸੇਵਕ ਭਾਵ ਚਾਕਰ ਹਨ। ਹੁਣ ਉਸ ਨੂੰ ਮੂਲੋਂ ਹੀ ਦੁੱਖ ਅਤੇ ਜੋ ਮਨ ਦੁਸ਼ਮਣਾਂ ਵਰਗਾ ਵਿਹਾਰ ਕਰਦਾ ਸੀ। ਇੱਥੇ ਦੁਸ਼ਮਣ ਜਿਹੜਾ ਸ਼ਬਦ ਆ ਉਹ ਦੁਸ਼ਮਣ ਲਈ ਨਹੀਂ ਵਰਤਿਆ, ਮਨ ਲਈ ਵਰਤਿਆ। ਮਨ ਹੀ ਸਾਡਾ ਦੁਸ਼ਮਣ, ਦੁਸ਼ਟ ਵਾਲੀਆਂ ਜੋ ਗੱਲਾਂ ਕਰਦਾ ਹੈ, ਦੁਸ਼ਟ ਵਾਲੇ ਕੰਮ ਕਰਦਾ, ਉਸ ਨੂੰ ਦੁਸ਼ਮਣ ਬੋਲਿਆ। ਦੁਸ਼ਮਣ ਇਹੀ ਸਾਡਾ ਅਸਲੀ ਦੁਸ਼ਮਣ ਆ। ਤੇ ਇਹ ਦੁਸ਼ਮਣਾਂ ਵਰਗਾ ਵਿਹਾਰ ਜੋ ਕਰਦਾ ਹੈ ਤੇ ਦੂਸਰੇ ਨਾਲ ਵੀ ਤੇ ਆਪਣੇ ਨਾਲ ਵੀ, ਐਸੇ ਪਾਪ ਹੁਣ ਨੇੜੇ ਵੀ ਨਹੀਂ ਆਉਂਦੇ ਤੇ ਨਾ ਹੀ ਨੇੜੇ ਟੁਕਦੇ ਹਨ। हे ਪ੍ਰਭੂ ਜੀ, ਮੈਂ ਤੇਰੇ ਐਸੇ ਨਾਮ ਤੋਂ ਸਦਾ ਸਦਕੇ ਜਾਂਦਾ ਹਾਂ। ਵਾਹਿਗੁਰੂ ਜੀ। ਲੋ ਪ੍ਰਭੂ ਪਿਆਰੇ, ਹੁਣ ਆਪਾਂ ਪੰਜਵੇਂ ਸ਼ਬਦ ਦੀ ਵਿਆਖਿਆ ਜੋ ਪੰਜਵਾਂ ਸ਼ਬਦ ਹੈ, जुगा जुगंतर भगत तुम्हारे, कीर्त करे स्वामी तेरा द्वारे। जपै ता साचा एक मुरारे, साचा मुरारे ताम जाप है, जाम मन वसावे। परमो भुलावा तुझे किया, जाम ए चुकावे। गुर प्रसादी करो कृपा, लिहो जमो उबारे। जुगा जुगंतर भगत तुम्हारे। हे स्वामी जी, ये जुगा जुगा तो भगत तुम्हारे हरेक युग विच ਇਹ ਕੀਰਤ ਕਰਦੇ ਨੇ ਤੇ ਤੇਰੇ ਦਿੱਤੇ ਉਪਦੇਸ਼ ਦੁਆਰਾ, ਤੇਰੀ ਦਿੱਤੀ ਸ਼ਿਵ ਸਲਾਹ ਵਾਲੀ ਬਾਣੀ ਦੁਆਰਾ ਜਿਹੜਾ ਇੱਥੇ ਤੇਰਾ ਦੁਆਰਾ ਆਇਆ ਨਾ, ਤੇਰਾ ਦੁਆਰਾ, ਇੱਥੇ ਆਪਾਂ ਦੁਆਰਾ ਸ਼ਬਦ ਵਰਤਣਾ, ਜਿਵੇਂ ਗੁਰ ਦੁਆਰਾ, ਗੁਰੂ ਦੇ ਦੁਆਰਾ। ਇਸ ਇੰਜ ਕਰਕੇ ਆਪਾਂ ਇਸ ਦੁਆਰੇ ਨੂੰ ਵਰਤਣਾ ਹੈ। ਤੇਰੀ ਦਿੱਤੀ ਸ਼ਿਵ ਸਲਾਹ ਦੁਆਰਾ ਵਾਲੀ ਬਾਣੀ ਦੁਆਰਾ, ਤੇਰੇ ਦਿੱਤੇ ਉਪਦੇਸ਼ ਦੁਆਰਾ ਸਿਫਤ ਸਲਾਹ ਕਰਦੇ ਹਨ, ਕੀਰਤ ਕਰਦੇ ਹਨ। ਇਹ ਜੋ ਤੇਰੇ ਦਰ ਤੇ ਬੈਠ ਕੇ ਗਾਉਂਦੇ ਹਨ, ਤੇਰੇ ਦੁਆਰਾ ਇਹ ਜਪਦੇ ਹਨ ਸਾਚਾ ਏਕ ਮੁਰਾਰੀ ਨੂੰ, ਸਾਚਾ ਏਕ ਮੁਰਾਰੀ ਨੂੰ। हे ਪ੍ਰਭੂ ਜੀ, ਤੈਨੂੰ ਸਦਾ ਥਿਰ ਨੂੰ ਉਹ ਤਦੋਂ ਹੀ ਜਪ ਸਕਦੇ ਹਨ ਜਦੋਂ ਤੂੰ ਉਹਨਾਂ ਦੇ ਮਨ ਵਿੱਚੋਂ ਮਾਇਆ ਵਾਲੀ ਭਟਕਣਾ ਦੂਰ ਕਰਦਾ ਹੈ, ਜੋ ਪ੍ਰਭੂ ਜੀ ਤੂੰ ਆਪ ਹੀ ਪੈਦਾ ਕੀਤੀ ਹੋਈ ਹੈ। ਇਹ ਭਰਮ ਭੁਲਾਵੇ ਦਾ ਛਲਾਵਾ ਵੀ ਤੁਸੀਂ ਆਪ ਹੀ ਰਚਿਆ ਹੋਇਆ ਹੈ। ਇਸ ਤੋਂ ਤਾਂ ਹੀ ਬਚ ਕੇ ਨਿਕਲ ਸਕਾਂਗੇ। ਇਹ ਤਾਂ ਹੀ ਚੁੱਕਿਆ ਜਾਵੇਗਾ ਜਦੋਂ ਗੁਰੂ ਜੀ ਦੀ ਕਿਰਪਾ ਰਾਹੀਂ ਆਪਣਿਆਂ ਭਗਤਾਂ ਤੇ ਮਿਹਰ ਕਰੇਗਾ। ਮਿਹਰ ਕਰਦਾ ਹੈ ਤੇ ਫਿਰ ਉਹਨਾਂ ਨੂੰ ਜਮਾ ਤੋਂ ਵੀ ਬਚਾ ਲੈਣਾ ਹੈ। ਤੇਰੇ ਨਾਮ ਨਾਲ ਜੁੜੇ ਹੋਏ ਬੰਦੇ ਹਰੇਕ ਯੁੱਗ ਵਿੱਚ ਆਉਂਦੇ ਰਹਿੰਦੇ ਨੇ ਤੇ ਤੇਰੀ ਕੀਰਤੀ ਗਾਉਂਦੇ ਰਹਿੰਦੇ ਨੇ ਤੇ ਮੌਜੂਦ ਵੀ ਰਹਿੰਦੇ ਨੇ ਹਰ ਯੁੱਗ ਵਿੱਚ। ਇਹ ਵਾਹਿਗੁਰੂ ਜੀ ਪੰਜਵੇਂ ਸ਼ਬਦ ਦੀ ਵਿਆਖਿਆ ਸੀ। ਹੁਣ ਆਪਾਂ ਛੇਵੇਂ ਸ਼ਬਦ ਵੱਲ ਵੱਧਦੇ ਹਾਂ। ਵੱਡੀ ਮੇਰੇ ਸਾਹਿਬਾ ਅਲਖ ਅਪਾਰਾ, ਵੱਡੀ ਮੇਰੇ ਸਾਹਿਬਾ ਅਲਖ ਅਪਾਰਾ। ਕਿਉਂ ਕਰੋ ਬੇਨੰਤੀ, ਕਿਉਂ ਕਰੋ ਬੇਨੰਤੀ। ਹਉ ਆਖ ਨਾ ਜਾਣਾ, ਹਉ ਆਖ ਨਾ ਜਾਣਾ, ਹਉ ਆਖ ਨਾ ਜਾਣਾ। ਨਦਰ ਕਰੇ ਤਾਂ ਸਾਚ ਪਛਾਨਾ, ਨਦਰ ਕਰੇ ਤਾਂ ਸਾਚ ਪਛਾਨਾ। ਵਾਹਿਗੁਰੂ
ਸਾਚ ਪਛਾਨਾ ਸਾਚੋ ਪਛਾਨਾ ਤਾਮ ਤੇਰਾ ਜਾਮ ਆਪ ਬੁਝਾਵੇ ਦੁਖ ਭੂਖ ਸੰਸਾਰ ਕੀਏ ਸਹਿਸਾਏ ਚੁਕਾਵੇ ਵਾਹਿਗੁਰੂ ਵਾਹਿਗੁਰੂ ਸਹਿਸਾਏ ਚੁਕਾਵੇ ਸਹਿਸਾਏ ਚੁਕਾਵੇ ਬਿਨਵੰਤ ਨਾਨਕ ਜਾਏ ਸਹਿਸਾ ਬੂਝੈ ਗੁਰ ਵਿਚਾਰਾ ਵਾਹਿਗੁਰੂ ਬੂਝੈ ਗੁਰ ਵਿਚਾਰਾ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਅਲਖ ਅਪਾਰਾ ਅਲਖ ਅਪਾਰਾ ਵੱਡਾ ਸਾਹਿਬ ਆਪ ਹੈ ਵੱਡਾ ਸਾਹਿਬ ਆਪ ਹੈ ਵਾਹਿਗੁਰੂ ਵਾਹਿਗੁਰੂ ਜੀ O my great Lord and Master, you are unknowable. You are unknowable and infinite. Infinite. How should I make and offer my prayer? I do not know what to say. If you bless me with your glance of your grace, then I realize the truth. I come to realize the truth when you yourself instruct me. The pain and hunger of the world are your making. Please eradicate this skepticism. Prayers Nanak. Skepticism is taken away when one understands the Guru's wisdom. ਛੇਵਾਂ ਸ਼ਬਦ ਦੁਬਾਰਾ ਆਪਾਂ ਪੜ੍ਹ ਕੇ ਤੇ ਇਸ ਦੀ ਫਿਰ ਪੰਜਾਬੀ ਚ ਅਨੁਵਾਦ। ਵੱਡੇ ਮੇਰੇ ਸਾਹਿਬਾ ਅਲਖ ਅਪਾਰਾ, ਕਿਉਂ ਕਰ ਬੇਨਤੀ ਕਰੋ ਬੇਨੰਤੀ ਹੂੰ ਆਖ ਨ ਜਾਣਾ। ਨਦਰ ਕਰੇ ਤਾਂ ਸਾਚ ਪਛਾਨਾ, ਸਾਚੋ ਪਛਾਨ ਤਾਮ ਤੇਰਾ ਜਾਮ ਆਪ ਬੁਝਾਵੇ। ਦੂਖ ਭੂਖ ਸੰਸਾਰ ਕੀਏ ਸਹਿਸਾ ਇਹੋ ਚੁਕਾਵੇ। ਬਿਨਵੰਤ ਨਾਨਕ ਜਾਏ ਸਹਿਸਾ, ਬਿਨਵੰਤ ਨਾਨਕ ਜਾਏ ਸਹਿਸਾ। ਬੁਝੈ ਗੁਰ ਵਿਚਾਰਾ, ਵੱਡਾ ਸਾਹਿਬ ਹੈ ਆਪ ਅਲਖ ਅਪਾਰਾ। ਵੱਡਾ ਸਾਹਿਬ ਹੈ ਆਪ ਅਲਖ ਅਪਾਰਾ। हे मेरे ਵੱਡੇ मालक, हे ਅਦ੍ਰਿਸ਼ਟ ਮਾਲਕ, हे ਬੇਅੰਤ ਮਾਲਕ, ਮੈਂ ਤੇਰੇ ਅੱਗੇ ਤੇਰੇ ਦਰ ਤੇ ਕਿਵੇਂ ਬੇਨਤੀ ਕਰਾਂ? ਮੈਨੂੰ ਤਾਂ ਬੇਨਤੀ ਕਰਨੀ ਵੀ ਨਹੀਂ ਆਉਂਦੀ, ਮੈਨੂੰ ਤਾਂ ਬੇਨਤੀ ਵੀ ਕਰਨੀ ਨਹੀਂ ਆਉਂਦੀ ਪ੍ਰਭੂ। ਜੇ ਤੂੰ ਆਪ ਮੇਰੇ ਉੱਤੇ ਮਿਹਰ ਦੀ ਨਿਗਾਹ ਕਰੇ ਤਾਂ ਹੀ ਮੈਂ ਤੇਰੇ ਸਦਾ ਤੇਰੇ ਨਾਮ ਮੈਂ ਤਦੋਂ ਹੀ ਪਛਾਣ ਸਕਦਾ ਹਾਂ, ਤਦੋਂ ਹੀ ਇਸ ਦੀ ਕਦਰ ਪਾ ਸਕਦਾ ਹਾਂ ਜਦੋਂ ਤੂੰ ਆਪ ਮੈਨੂੰ ਸੂਝ ਬਖਸ਼ੇ, ਜਦੋਂ ਤੂੰ ਮੇਰੇ ਮਨ ਵਿੱਚੋਂ ਮਾਇਆ ਦੀ ਤ੍ਰਿਸ਼ਨਾ ਅਤੇ ਇਸ ਤੋਂ ਪੈਦਾ ਹੋਣ ਵਾਲੇ ਦੂਸਰੇ ਇਸ ਤੋਂ ਪੈਦਾ ਹੋਣ ਵਾਲੇ ਉਹਨਾਂ ਦੁੱਖਾਂ ਦਾ ਸਹਿਮ
दूर करें ਜਿਹੜੇ ਕਿ ਜਗਤ ਵਿੱਚ ਤੂੰ ਆਪ ਹੀ ਪੈਦਾ ਕੀਤੇ ਹੋਏ ਹਨ। ਇਹ ਸੈਸਾ ਮੇਰਾ ਚੁਕਾ ਦੇਵੋ ਪ੍ਰਭੂ ਜੀ। ਮੈਂ ਨਾਨਕ ਜੀ ਤੇਰੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਜੀ। ਵਾਹਿਗੁਰੂ ਜੀ ਮੇਰੀ ਬੇਨਤੀ ਤੇਰੇ ਚਰਨਾਂ ਵਿੱਚ ਗੁਰੂ ਜੀ ਪ੍ਰਭੂ ਜੀ, ਗੁਰੂ ਜੀ ਵੱਲੋਂ ਬਖਸ਼ਿਸ਼ ਦੀ ਵਿਚਾਰਾਂ ਦੀ ਸੋਝੀ ਬਖਸ਼ੋ ਮੈਨੂੰ। ਗੁਰੂ ਜੀ ਵੱਲੋਂ ਬਖਸ਼ਿਸ਼ ਸੋਝੀ ਮੈਨੂੰ ਬਖਸ਼ੋ, ਤਾਂ ਕਿ ਮੇਰਾ ਹਰ ਤਰ੍ਹਾਂ ਦਾ ਸਹਿਸਾ ਸ਼ੰਕੇ ਕਿੰਤੂ ਪ੍ਰੰਤੂ ਮੁੱਕ ਜਾਏ, ਭਾਵ ਚਲਾ ਜਾਏ ਜੀ। ਵਾਹਿਗੁਰੂ ਜੀ हे ਅਦ੍ਰਿਸ਼ਟ, हे ਬੇਅੰਤ, हे ਨਾ ਲਖੇ ਜਾਣ ਵਾਲੇ, ਤੂੰ ਸਭ ਜੀਵਾਂ ਦੇ ਸਿਰ ਤੇ ਵੱਡਾ ਮਾਲਕ ਹੈ। ਹੁਣ ਆਪਾਂ 7ਵੇਂ ਸ਼ਬਦ ਵੱਲ, ਪੈਰੇ ਵੱਲ ਵਧਦੇ ਹਾਂ ਜੀ। ਵਾਹਿਗੁਰੂ ਜੀ ਇਹ ਸ਼ਬਦ 4 ਪੰਕਤੀਆਂ ਦਾ ਹੈ ਜੀ। तेरे बंके लोयन, तेरे बंके लोयन दंतरी साला, तेरे बंके लोयन, तेरे बंके लोयन दंतरी साला, सोने नक जिन लमड़े वाला, वाहिगुरु सोने नक जिन लमड़े वाला, वाहिगुरु कंचन काया सोने की टाला, सोन टाला कृष्ण माला जपो तुसी महेलियो सहेलियो, जम दुआर न हो खड़िया, सिख सुनो सहेलियो, सिख सुनो सहेली हो, सिख सुनी सहेलियो, हंस हंसा बग बग्गा, लह मन की जाला, लह मन की जाला, बंके लोयन दंत रिसाला, बंके दंत, बंके लोयन दंत रिसाला, बंके लोयन दंत रिसाला। वाहिगुरु जी your eyes are beautiful and your teeth are delightful, your nose is graceful and your hair is long, your body is precious, cast in gold, his body is cast in gold and he wears Krishna's mala, meditate on him. O sister, you shall not have to stand at death's door. O sister, if you listen to these teachings from a grain, you shall be transformed into a swan, and the fifth of your mind shall be removed. Your eyes are beautiful and your teeth are delightful.
तेरे बंके लोयन दंत रसाला, सोने नग जिन लमड़े वाला, कंचन काया सोने की ढाला, सोवन ढाला कृष्ण माला। जपो तुसी सहेलियो, जम दुआर ना हो खड़ियां, सिख सुनो सहेलियो, हंस हंसा बग बग्गा, लह मन की जाला, बंके लोयन दंत रसाला। ये सतवें शब्द की 4 पंक्तियां सी। हे सर्व व्यापक सिरजनहार वाहिगुरू जी, ਇਹ ਵੀ ਸਰਬ ਵਿਆਪਕ ਸਿਰਜਣਹਾਰ ਦੀ ਵਿਚਾਰ, ਜਗਤ ਦੀ ਸਾਰੀ ਸੁੰਦਰਤਾ ਤੂੰ ਹੀ ਆਪਣੇ ਸਰੂਪ ਤੋਂ ਰਚੀ ਹੈ ਪ੍ਰਭੂ ਜੀ। ਤੂੰ ਉਹ ਇਸਤਰੀ ਮਰਦ ਪੈਦਾ ਕੀਤੇ ਹਨ ਜਿਨ੍ਹਾਂ ਦੇ ਨੈਣ, ਦੰਦ, ਨੱਕ, ਕੇਸ ਆਦਿਕ ਸਾਰੇ ਹੀ ਅੰਗ ਮਹਾਨ ਸੁੰਦਰ ਹਨ। ਉਹਨਾਂ ਵਿੱਚ ਹੈ ਪ੍ਰਭੂ ਜੀ ਤੇਰੇ ਹੀ ਨੈਣ ਬਾਂਕੇ ਹਨ, ਤੇਰੇ ਹੀ ਦੰਦ ਸੋਹਣੇ ਹਨ, ਤੇਰੇ ਹੀ ਨੱਕ ਕਿੰਨਾ ਸੋਹਣਾ, ਤੇਰੇ ਹੀ ਲੰਮੇ ਕੇਸ ਹਨ। ਭਾਵ ਜਿਨ੍ਹਾਂ ਦੇ ਨੱਕ ਸੋਹਣੇ, ਜਿਨ੍ਹਾਂ ਦੇ ਨੱਕ ਸੋਹਣੇ ਲੰਮੇ ਕੇਸ, ਇਹ ਵੀ ਪ੍ਰਭੂ ਜੀ ਇਹ ਸਭ ਕੁਝ ਤੇਰੇ ਹੀ ਤਾਂ ਹਨ ਪ੍ਰਭੂ ਜੀ। हे ਈਸ਼ਵਰ ਤੇਰਾ ਸਰੀਰ ਸੋਨੇ ਵਰਗਾ ਸ਼ੁੱਧ ਅਰੋਗ ਹੈ ਤੇ ਸਡੋਲ ਹੈ, ਮਾਨੋ ਸੋਨੇ ਵਿੱਚ ਹੀ ਢਲਿਆ ਹੋਇਆ ਹੈ। हे ਸਹੇਲਿਓ, हे ਸਤਸੰਗੀ ਸੱਜਣੋ, ਤੁਸੀਂ ਉਸ ਪਰਮਾਤਮਾ ਦੇ ਨਾਮ ਦੀ ਮਾਲਾ ਜਪੋ। ਪ੍ਰਭੂ ਜੀ ਦੀ ਮਾਲਾ ਜਪੋ, ਉਸ ਪਰਮਾਤਮਾ ਵਾਹਿਗੁਰੂ ਦਾ ਨਾਮ ਬਾਰ ਜਪੋ, ਜਿਸ ਦਾ ਸਰੀਰ ਸਡੋਲ ਅਰੋਗ ਹੈ। ਵਾਹਿਗੁਰੂ ਜੀ ਮਾਨੋ ਸੋਨੇ ਵਿੱਚ ਢਲਿਆ ਹੋਇਆ ਹੈ। ਉਹ ਇੰਜ ਕਰਕੇ ਆਪਣੇ ਆਪ ਨੂੰ ਸਮਝੇ, ਜਿਹਦਾ ਸਰੀਰ ਅਰੋਗ ਹੈ, ਜਿਹਦਾ ਸਰੀਰ ਸਡੋਲ ਹੈ, ਇੰਜ ਮਾਨੋ, ਇੰਜ ਸਮਝੋ ਕਿ ਮਾਨੋ ਸੋਨੇ ਵਿੱਚ ਢਲਿਆ ਹੋਇਆ ਪ੍ਰਭੂ ਜੀ। हे ਜੀਵ ਇਸਤਰੀਓ, ਮੇਰੇ ਵਾਹਿਗੁਰੂ ਜੀ ਦੀ ਸਿੱਖਿਆ ਸੁਣੋ। ਜੇ ਤੁਸੀਂ ਉਸ ਅਰੋਗ ਤੇ ਸਡੋਲ ਸਰੂਪ ਵਾਲੇ ਸਰਵ ਵਿਆਪਕ ਸਿਰਜਣਹਾਰ ਦਾ ਨਾਮ ਜਪੋਗੀਆਂ ਤਾਂ ਤੁਸੀਂ ਅੰਤ ਵੇਲੇ ਜਮਰਾਜ ਦੇ ਦਰਵਾਜ਼ੇ ਤੇ ਖੜੀਆਂ ਨਹੀਂ ਹੋਵਣਗੀਆਂ। ਜਿਹੜੇ ਜੀ ਪਰਮਾਤਮਾ ਦਾ ਨਾਮ ਜਪਦੇ ਨੇ ਉਹਨਾਂ ਦੇ ਮਨ ਤੋਂ ਵਿਕਾਰਾਂ ਦੀ ਮੈਲ ਲੈ ਜਾਂਦੀ ਆ ਤੇ ਸਿਮਰਨ ਦੀ ਬਰਕਤ ਨਾਲ ਮਹਾਪਖੰਡੀ ਬਗਲਿਆਂ ਤੋਂ ਸ੍ਰੇਸ਼ਟ ਹੰਸ ਬਣ ਜਾਂਦੇ ਹਨ। ਮਹਾਪਖੰਡੀ ਬਗਲਿਆਂ ਤੋਂ ਸ੍ਰੇਸ਼ਟ ਹੰਸ ਬਣ ਜਾਂਦੇ ਹਨ। ਹੁਣ ਅਖੀਰਲਾ 8ਵਾਂ ਸ਼ਬਦ, 8ਵਾਂ ਪੈਰਾ ਜੋ ਹੈ, ਤੇਰੀ ਚਾਲ ਸੁਹਾਵੀ, ਤੇਰੀ ਚਾਲ ਸੁਹਾਵੀ, ਮਧੁਰਾੜੀ ਪਾਣੀ, ਮਧੁਰਾੜੀ ਪਾਣੀ, ਕੋਹ ਕਨ ਕੋਕਿਲਾ ਤਰਲ ਜਵਾਨੀ, ਕੋਹ ਕਨ ਕੋਕਿਲਾ ਤਰਲ ਜਵਾਨੀ, ਤਰਲ ਜਵਾਨੀ ਆਪ ਪਾਣੀ, ਇਹ ਚ ਮਨ ਕੀ ਪੂਰੀ ਹੈ, ਇਹ ਚ ਮਨ ਕੀ ਪੂਰੀ ਹੈ। ਸਾਰੰਗ ਜਿਉ ਪੱਗ ਤਰੈ ਠਿਮ ਠਿਮ, ਸਾਰੰਗ ਜਿਉ ਪੱਗ ਤਰੈ ਠਿਮ ਠਿਮ, ਆਪੇ ਸੰਦੂਰਾ ਆਪ ਸੰਦੂਰਾ ਸ੍ਰੀ ਰੰਗ ਰਾਤੀ ਫਿਰੇ ਮਾਤੀ, ਸ੍ਰੀ ਰੰਗ ਰਾਤੀ, ਸ੍ਰੀ ਰੰਗ ਰਾਤੀ ਫਿਰੇ ਮਾਤੀ, ਉਦਕ ਗੰਗਾ ਪਾਣੀ, ਉਦਕ ਗੰਗਾ ਪਾਣੀ, ਤੇਰੀ ਬਿਨਵੰਤ ਨਾਨਕ ਦਾਸ ਹਰ ਕਾ, ਬਿਨਵੰਤ ਨਾਨਕ ਦਾਸ ਹਰ ਕਾ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ,
is graceful and your speech is sweet. You coo like a songbird and your youthful beauty is alluring. Your youthful beauty is so alluring. It pleases you and fulfills the wind's desires. Like an elephant, you step with your feet so carefully. You are pleased with yourself. You are pleased with yourself. She who is imbued with the love of such a great Lord flows intoxicated like the waters of the Ganges. Praise Nanak, I am your Salaf. I, O Lord, your walk is graceful and your speech is sweet. ਸਤਵੇਂ ਸ਼ਬਦ ਦੀ ਅਖੀਰਲੀ ਪੰਕਤੀ ਦਾ ਜੋ ਬਕਾਇਆ ਵਿਆਖਿਆ ਹੈ ਉਹ ਇੰਝ ਹੈ। ਪਖੰਡੀ ਬੰਦਿਆਂ ਤੋਂ ਉੱਚੇ ਜੀਵਨ ਵਾਲੇ ਗੁਰਮੁਖ ਬਣ ਜਾਂਦੇ ਹਨ। ਹੇ ਸਹੇਲਿਓ, ਉਸ ਸਰਵ ਵਿਆਪਕ ਪ੍ਰਭੂ ਦੇ ਸੋਹਣੇ ਨੈਣ ਹਨ, ਸੋਹਣੇ ਦੰਦ ਹਨ। ਇਸ ਦਿਸਦੇ ਸਮਾਂ ਦੀ ਸਾਰੀ ਸੁੰਦਰਤਾ ਦਾ ਸੋਮਾ ਪ੍ਰਭੂ ਜੀ ਆਪ ਹੀ ਹਨ। ਹੁਣ 8ਵਾਂ ਸ਼ਬਦ ਜੀ। ਗੁਰੂ ਪਿਆਰਿਓ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਹਿਕਨ ਕੋਇਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਭਾਨੀ, ਇਛ ਮਨ ਕੀ ਪੂਰੀ ਹੈ। ਸਾਰੰਗ ਜਿਉ ਪੱਗ ਧਰੈ, ਠਿਮ ਠਿਮ ਆਪੇ ਆਪ ਸੰਦੂਰੇ। ਸ੍ਰੀ ਰੰਗ ਰਾਤੀ ਫੇਰਾ ਮਾਤੀ, ਉਦਕ ਗੰਗਾ ਬਾਣੀ, ਬਿਨਵੰਤ ਨਾਨਕ ਦਾਸ ਹਰਿ ਕਾ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਹੇ ਨਿਰੰਕਾਰ ਪ੍ਰਭੂ ਜੀ, ਤੇਰੀ ਚਾਲ ਬਹੁਤ ਹੀ ਮਿੱਠੀ ਹੈ, ਬਹੁਤ ਹੀ ਸੁਹਾਵੀ ਹੈ ਅਤੇ ਸ਼ਹਿਦ ਨਾਲੋਂ ਵੀ ਮਿੱਠੀ ਬਾਣੀ ਸੁਣ ਕੇ ਆਨੰਦ ਆਉਂਦਾ ਹੈ। ਜਿਵੇਂ ਕੋਇਲ ਦੀ ਆਵਾਜ਼ ਬਹੁਤ ਹੀ ਮਿੱਠੀ ਮਨ ਨੂੰ ਭਾਉਂਦੀ ਹੈ। ਜਿਵੇਂ ਕਿਸੇ ਜੀਵ 'ਤੇ ਜਵਾਨੀ ਚੜ੍ਹੀ ਹੋਵੇ, ਜਿਵੇਂ ਹੱਥ ਲਾਇਆ ਤਿਲਕਦਾ ਹੋਵੇ, ਇਤਨੀ ਤਰਲ ਜਿਵੇਂ ਹੱਥ ਲਾਵੇ ਮੈਲਾ ਹੋਵੇ। ਇਹ ਪ੍ਰਭੂ, ਇਹ ਤਾਂ ਤੈਨੂੰ ਆਪ ਹੀ ਐਸਾ ਭਾਉਂਦਾ ਹੈ। ਇਵੇਂ ਲੱਗਦਾ ਹੈ ਕਿ ਤੂੰ ਆਪਣੀਆਂ ਮਨ ਦੀਆਂ ਇੱਛਾ ਪੂਰੀਆਂ ਕਰ ਰਿਹਾ ਹੈ। ਚੰਚਲ ਜਵਾਨੀ ਦੇ ਮੱਧ ਭਰੀਆਂ ਸੁੰਦਰੀਆਂ ਹਨ, ਜੋ ਮਸਤ ਹਾਥੀ ਵਾਂਗ ਬੜੀ ਮਟਕ ਮਟਕ ਨਾਲ ਤੁਰਦੀਆਂ ਹਨ। ਹੇ ਪ੍ਰਭੂ ਜੀ, ਇਹ ਕੋਇਲ ਦੀ ਮਿੱਠੀ ਆਵਾਜ਼ ਤੇ ਚੰਚਲ ਨੂਰ ਭਰੀ ਜਵਾਨੀ, ਲਿਸ਼ ਲਿਸ਼ ਕਰਦੀ ਜਵਾਨੀ ਦਾ ਮੱਧ ਸਭ ਕੁਝ ਤੂੰ ਆਪ ਹੀ ਪੈਦਾ ਕੀਤਾ ਹੈ ਪ੍ਰਭੂ ਜੀ। ਸੋ ਹੇ ਪ੍ਰਭੂ, ਮਸਤ ਚਾਲ ਮਨ ਨੂੰ ਸੁੱਖ ਦੇਣ ਵਾਲੀ ਹੈ ਤੇ ਤੇਰੀ ਬੋਲੀ ਮਿੱਠੀ ਮਿੱਠੀ ਸੋਹਣੀ ਹੈ। ਤੇਰੀਆਂ ਹੀ ਪੈਦਾ ਕੀਤੀਆਂ ਕੋਇਲਾਂ ਮਿੱਠੀ ਬੈਰਾਗ ਭਰੀ ਸੁਰ ਵਿੱਚ ਕੂਕਰੀਆਂ ਹਨ। ਤੇਰੀਆਂ ਹੀ ਪੈਦਾ ਕੀਤੀਆਂ ਹਨ। ਚੰਚਲ ਡੁੱਲ ਡੁੱਲ ਨੂਰ ਵਾਲੀ ਜਵਾਨੀ ਦੇ ਮੱਧ ਭਰੀਆਂ ਸੁੰਦਰੀਆਂ ਹਨ। ਇਹ ਚੰਚਲ ਜਵਾਨੀ ਪ੍ਰਭੂ ਜੀ ਨੇ ਆਪ ਹੀ ਪੈਦਾ ਕੀਤੀ ਹੈ। ਉਸ ਨੂੰ ਆਪ ਜੀ ਨੂੰ ਇਸ ਦਾ ਪੈਦਾ ਕਰਨਾ ਚੰਗਾ ਲੱਗਾ ਤੇ ਉਸਨੇ ਆਪਣੀ ਇੱਛਾ ਪੂਰੀ ਕੀਤੀ ਹੈ। ਵਾਹਿਗੁਰੂ ਜੀ, ਮੱਧ ਭਰੀ ਜਵਾਨ ਇਸਤਰੀ ਸੁੰਦਰੀ ਵਿੱਚ ਬੈਠ ਕੇ ਪ੍ਰਭੂ ਜੀ ਆਪ ਹੀ ਮਸਤ ਹਾਥੀ ਵਾਂਗ ਬੜੀ ਮਟਕ ਮਟਕ ਨਾਲ ਪੈਰ ਧਰਦਾ। ਉਹ ਆਪ ਹੀ ਆਪਣੇ ਆਪ ਨੂੰ ਜਵਾਨੀ ਦੇ ਮੱਧ ਵਿੱਚ ਮਸਤ ਕਰ ਰਿਹਾ ਹੈ। ਪ੍ਰਭੂ ਜੀ ਦੀ ਆਪਣੀ ਹੀ ਕਿਰਪਾ ਨਾਲ ਕੋਈ ਵਡਭਾਗਣ ਜੀਵ ਇਸਤਰੀ ਲక్ష్ਮੀਪਤੀ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਉਸਦੇ ਨਾਂ ਵਿੱਚ ਮਸਤ ਫਿਰਦੀ ਹੈ। ਉਸ ਦਾ ਜੀਵਨ ਪਵਿੱਤਰ ਹੋ ਜਾਂਦਾ, ਜਿਵੇਂ ਕਿ ਗੰਗਾ ਦਾ ਪਾਣੀ ਪਵਿੱਤਰ ਮੰਨਿਆ ਜਾਂਦਾ ਹੈ। ਹਰੀ ਜੀ ਦਾ ਨਾਨਕ ਦਾਸ ਬੇਨਤੀ ਕਰਦਾ ਹੈ, ਹੇ ਪ੍ਰਭੂ ਜੀ, ਤੇਰੀ ਚਾਲ ਸੁਹਾਵਣੀ ਹੈ, ਤੇਰੀ ਬੋਲੀ ਮਿੱਠੀ ਤੋਂ ਵੀ ਮਿੱਠੀ ਹੈ, ਸ਼ਹਿਦ ਨਾਲੋਂ ਵੀ ਮਿੱਠੀ ਹੈ। ਹੇ ਪ੍ਰਭੂ ਜੀ, ਇਹ ਮੇਰੇ ਵੱਲੋਂ, ਇਹ ਹਰੀ ਦਾਸ ਨਾਨਕ ਵੱਲੋਂ ਤੇਰੇ ਚਰਨਾਂ ਵਿੱਚ ਬੇਨਤੀ ਜੋਦਰੀ ਹੈ ਜੀ। ਸੋ ਪ੍ਰਭੂ ਦੇ ਪਿਆਰਿਓ, ਸਾਧ ਸੰਗਤ ਜੀਓ, ਇਤਨੀ ਸ਼ਬਦ ਦੀ ਵਿਚਾਰ ਸਾਂਝੀ ਕਰਦੇ ਹਾਂ। ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ
ਹੋ ਗਈਆਂ ਹਨ। ਸ਼ਬਦ ਵੀ ਅੱਗੇ ਪਿੱਛੇ ਹੋਏ ਸਨ, ਤੋ ਆਪ ਜੀ ਨੇ ਕਿਰਪਾ ਕੀਤੀ ਹੈ, ਸੋ ਵਿਚਾਰ ਕਰ ਸਕਿਆ ਹਾਂ। ਲੇਖੇ ਨਾ ਵਿਚਾਰਿਓ ਗੁਣ ਨਾ ਚਿਤਾਰਿਓ, ਸਭੇ ਕਾਜ ਦਾਸ ਦੇ ਸਵਰਿਓ। ਕਿਰਪਾ ਕਰਿਓ ਸਾਰੇ ਸੰਸਾਰ 'ਚ ਸੁੱਖ ਸ਼ਾਂਤੀ ਵਰਤੇ। ਇਹ ਜੋ ਇਸ ਵੇਲੇ ਜੋ ਕਲਾ ਵਰਤੀ ਹੋਈ ਆ ਸੰਸਾਰ ਵਿੱਚ, ਜੋ ਰੂਸ ਅਤੇ ਯੂਕਰੇਨ ਦੀ ਲੜਾਈ ਲੱਗੀ ਹੋਈ ਆ, ਜੰਗ ਲੱਗੀ ਹੋਈ ਆ, ਸੋ ਮਾਲਕ ਇਸ ਨੂੰ ਠੰਡਿਆਂ ਕਰੇ, ਸੰਸਾਰ 'ਚ ਸੁੱਖ ਸ਼ਾਂਤੀ ਵਰਤੇ, ਆਤਮੀ ਸ਼ਕਤੀ ਤੋਂ ਬਚਾਵੇ। ਸਤਿਗੁਰੂ ਨਾਨਕ ਕਿਰਪਾ ਕਰੇ। ਇਹ ਸਾਰੇ ਬੇਨਤੀ ਜੋਦੜੀਆਂ ਵਾਹਿਗੁਰੂ ਦੇ ਚਰਨਾਂ ਵਿੱਚ ਕਰੋ, ਸੰਸਾਰ ਵਿੱਚ ਸੁੱਖ ਸ਼ਾਂਤੀ ਵਰਤੇ। ਬਾਕੀ ਜੋ ਵਾਹਿਗੁਰੂ ਨੂੰ ਭਾਵੈ ਹੋਣਾ ਤਾਂ ਉਹੀ ਆ। ਸੋ ਆਪਣੇ ਵੱਲੋਂ ਜ਼ਰੂਰ ਅਰਦਾਸ ਬੇਨਤੀ ਕਰੋ। ਜਦੋਂ ਸਾਰੀ ਦੁਨੀਆ ਅਰਦਾਸ ਕਰਦੀ ਆ ਅਤੇ ਵਾਹਿਗੁਰੂ ਨੂੰ ਫਿਰ ਸੁਣਨੀ ਵੀ ਪੈਂਦੀ ਆ। ਸੋ ਕਿਰਪਾ ਕਰੋ, ਭੁੱਲ ਚੁੱਕ ਗਲਤੀ ਮੁਆਫ ਕਰਨੀ। ਇਤਨਾ ਕਹਿੰਦੇ ਹੋਏ ਆਪ ਦੇ ਚਰਨਾਂ ਵਿੱਚ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।